हाँ जी हैलो दोस्तों, ਅੱਜ ਅਸੀਂ ਲੈਂਡ ਮੈਜਰਮੈਂਟ ਦਾ ਪਾਰਟ ਸੈਕੰਡ ਕਰਨ ਜਾ ਰਹੇ ਹਾਂ। ਤੁਸੀਂ ਦੇਖਿਆ ਹੋਣਾ ਕਿ ਪਾਰਟ ਫਸਟ ਵਿੱਚ ਜੇ ਟ੍ਰਾਇੰਗੂਲਰ ਸ਼ੇਪ ਹੋਵੇ, ਆਇਤਾਕਾਰ ਸ਼ੇਪ ਹੋਵੇ ਇਸ ਤਰੀਕੇ ਦੀ, ਉਹਦਾ ਅਸੀਂ ਏਰੀਆ ਕਿਸ ਤਰੀਕੇ ਕੈਲਕੂਲੇਟ ਕਰਨਾ। ਨਾਲ ਦੀ ਨਾਲ ਅਸੀਂ ਰੈਕਟੈਂਗਲ ਟਾਈਪ ਆਇਤਾਕਾਰ ਸ਼ੇਪ ਹੋਵੇ ਖੇਤ ਦੀ, ਉਹਦੀ ਅਸੀਂ ਮਰਲੇ ਕਿਵੇਂ ਬਣਾਉਣੇ, ਕਨਾਲ ਕਿਵੇਂ ਬਣਾਉਣੇ, ਏਕੜ ਕਿਵੇਂ ਬਣਾਉਣੇ, ਉਹ ਸਾਰਾ ਕੁਛ ਡਿਸਕਸ ਕਰ ਚੁੱਕੇ ਹਾਂ। ਏਰੀਆ ਕਿਵੇਂ ਕੈਲਕੂਲੇਟ ਕਰਨਾ ਉਹ ਸਾਰਾ ਕੁਛ ਦੇਖ ਚੁੱਕੇ ਹਾਂ। ਅੱਜ ਅਸੀਂ ਫਰਦਰ ਉਸੇ ਲੈਕਚਰ ਨੂੰ ਅੱਗੇ ਲੈ ਕੇ ਚੱਲਦੇ ਹਾਂ। ਕੁਛ ਮੈਂ ਯੂਨਿਟ ਡਿਸਕਸ ਕੀਤੇ ਸੀ, ਅੱਜ ਅਸੀਂ ਫਿਰ ਉਹ ਚੀਜ਼ ਦੁਬਾਰਾ ਰਿਮਾਈਂਡ ਕਰਵਾ ਦੇਵਾਂ। ਇਹ 1 ਮਰਲਾ, 1 ਮਰਲਾ ਜੇ ਤੁਸੀਂ ਕੈਲਕੂਲੇਟ ਕਰਨਾ, ਜੇ ਤੁਸੀਂ ਫੁੱਟਾਂ 'ਚ ਕੈਲਕੂਲੇਟ ਕਰਦੇ ਪਏ ਆ ਤਾਂ 272.25 ਸਕੇਅਰ ਫੁੱਟ ਹੋਣਗੇ। ਸਕੇਅਰ ਫੁੱਟ, ਸਕੇਅਰ ਫੀਟ। ਜੇ ਤੁਸੀਂ ਕਰਮਾਂ ਦੀ ਮਿਣਤੀ ਕੀਤੀ, ਕਰਮਾਂ ਦੇ ਨਾਲ ਮਿਣਤੀ ਕੀਤੀ ਆ ਤਾਂ ਫਿਰ 1 ਮਰਲਾ ਸਾਡੇ ਕੋਲ 9 ਸਕੇਅਰ ਕਰਮਾਂ ਦੇ ਬਰਾਬਰ ਹੁੰਦਾ। ਸਕੇਅਰ ਕਰਮਾਂ, ਠੀਕ ਹੈ, 9 ਸਕੇਅਰ ਕਰਮਾਂ ਦਾ ਜੇ ਤੁਸੀਂ ਇਸ ਤਰੀਕੇ ਮਿਣਤੀ ਕੀਤੀ ਆ। ਫਰਦਰ ਕਨਾਲ ਦੀ ਜੇ ਮੈਂ ਗੱਲ ਕਰਾਂ, ਹਾਂ ਇੱਕ ਚੀਜ਼ ਹੋਰ ਚਲੋ ਉਹ ਬਾਅਦ 'ਚ ਅਸੀਂ ਡਿਸਕਸ ਕਰਾਂਗੇ। ਇਹ ਵੀ ਮੈਂ ਕਹਿ ਸਕਦਾ ਕਿ 30.25 ਗਜ, ਇਹ 3 ਤਰੀਕੇ ਅਸੀਂ ਡਿਸਕਸ ਕਰ ਚੁੱਕੇ ਹਾਂ। 1 ਮਰਲਾ ਜੇ ਤੁਸੀਂ ਫੁੱਟਾਂ 'ਚ ਗਿਣਤੀ ਕੀਤੀ ਆ ਤਾਂ 272.25 ਸਕੇਅਰ ਫੁੱਟ ਹੋਣਗੇ 1 ਮਰਲੇ 'ਚ। ਜੇ ਤੁਸੀਂ ਕਰਮਾਂ ਮਾਰੀਆਂ ਤਾਂ 9 ਸਕੇਅਰ ਕਰਮਾਂ ਹੋਣਗੀਆਂ। ਜੇ ਤੁਸੀਂ ਗਾਜਾਂ ਵਿੱਚ ਕੀਤੀ ਆ ਤਾਂ 30.25 ਗਜ ਮਿਲ ਕੇ 1 ਮਰਲਾ ਬਣਦਾ। ਫਰਦਰ ਉਸ ਤੋਂ ਬਾਅਦ ਮਰਲੇ ਤੋਂ ਬਾਅਦ ਅਸੀਂ ਕੀਤਾ ਸੀ ਕਨਾਲ। 1 ਕਨਾਲ ਕਿਹਦੇ ਇਕੁਅਲ ਹੁੰਦੀ ਆ? 1 ਕਨਾਲ 20 ਮਰਲੇ, 20 ਮਰਲੇ ਦੇ ਬਰਾਬਰ ਹੁੰਦੀ ਆ। 20 ਮਰਲੇ, 20 ਮਰਲਾ। ਇੱਦਾਂ ਹੀ 1 ਏਕੜ, ਇਹ ਸਾਰੇ ਯੂਨਿਟ ਅਸੀਂ ਪਹਿਲੀ ਵੀਡੀਓ 'ਚ ਡਿਸਕਸ ਕਰ ਚੁੱਕੇ ਹਾਂ। 8 ਕਨਾਲ ਅਤੇ ਇਕੁਅਲ ਆ 8 ਕਨਾਲ। ਫਰਦਰ 1 ਹੈਕਟੇਅਰ, 1 ਹੈਕਟੇਅਰ ਇਕੁਅਲ ਆ 2.47 ਏਕੜ ਦੇ। ਏਕੜ ਇਹ ਸਾਡੇ ਯੂਨਿਟ ਆ ਜੋ ਅਸੀਂ ਡਿਸਕਸ ਕਰਦੇ ਹਾਂ। ਏਰੀਆ ਕੈਲਕੂਲੇਟ ਕਰਾਂਗੇ। ਉਸ ਤੋਂ ਬਾਅਦ ਇਹ ਅਸੀਂ ਯੂਨਿਟ ਯੂਜ਼ ਕਰਕੇ ਇਹ ਕੈਲਕੂਲੇਟ ਕਰਾਂਗੇ ਕਿ ਕਿੰਨੇ ਮਰਲੇ ਆ ਸਾਡੇ ਕੋਲ, ਕਿੰਨੇ ਕਨਾਲ ਹੋ ਗਏ, ਕਿੰਨੇ ਏਕੜ ਹੋ ਗਏ, ਕਿੰਨੇ ਹੈਕਟੇਅਰ ਹੋ ਗਏ। ਕੀ ਕਰੇ ਕਰਨਾ, ਕੀ ਮੈਥਡ ਆ, ਤੁਸੀਂ ਏਰੀਆ ਕੈਲਕੂਲੇਟ ਕਰਨਾ। ਕੀ ਕਰਨਾ? ਏਰੀਆ, ਖੇਤਰਫਲ ਕੈਲਕੂਲੇਟ ਕਰਨਾ। ਜੇ ਤੁਸੀਂ ਹੁਣ ਮਰਲੇ ਬਣਾਉਣੇ ਆ, ਤੁਸੀਂ ਮਰਲਾ ਬਣਾਉਣਾ ਚਾਹੁੰਦੇ ਆ, ਮਰਲਾਸ ਕਿੰਨੇ ਹੋ ਗਏ, ਕੀ ਕਰੋਗੇ? ਉਸ ਏਰੀਏ ਨੂੰ ਜੇ ਤਾਂ ਤੁਸੀਂ ਮਿਣਤੀ ਕੀਤੀ ਆ ਸਕੇਅਰ ਫੁੱਟਾਂ 'ਚ ਤਾਂ 272.25 ਦੇ ਨਾਲ ਡਿਵਾਈਡ ਕਰ ਦੋਗੇ, ਤੁਹਾਡੇ ਆ ਜਾਣਗੇ ਮਰਲੇ। ਜਾਂ ਜੇ ਤੁਸੀਂ ਮਿਣਤੀ ਕੀਤੀ ਹੈ ਕਰਮਾਂ ਦੇ ਵਿੱਚ, ਫਿਰ ਤੁਸੀਂ ਕੀਤੇ ਹੋਏ ਕੈਲਕੂਲੇਟ ਏਰੀਆ ਨੂੰ 9 ਦੇ ਨਾਲ ਡਿਵਾਈਡ ਕਰ ਦੋਗੇ, ਠੀਕ ਹੈ, ਤਾਂ ਤੁਹਾਡੇ ਆ ਜਾਣਗੇ ਮਰਲੇ। ਅਤੇ ਜੇ ਤੁਸੀਂ ਗਜ ਹੈ, ਤੁਹਾਡੇ ਕੋਲ ਗਜ ਆ, ਤਾਂ ਤੁਸੀਂ ਕੀ ਕਰੋਗੇ? ਗਜ, ਫਿਰ ਤੁਸੀਂ ਉਹ ਨਹੀਂ ਅਸੀਂ ਲਿਖਾਂਗੇ, ਉਹ ਜੇ ਤੁਹਾਡੇ ਕੋਲ ਮਰਲੇ ਗਿਵਨ ਆ ਤਾਂ ਤੁਸੀਂ 30.25 ਦੇ ਨਾਲ ਡਿਵਾਈਡ ਕਰ ਦੋਗੇ ਤਾਂ ਤੁਹਾਡੇ ਕੋਲ ਜੋ ਵੀ ਤੁਹਾਡਾ ਏਰੀਆ, ਤੁਸੀਂ ਉਹਨੂੰ ਜੇ ਤੁਹਾਨੂੰ ਜਿੰਨੇ ਵੀ ਗਜ ਗਿਵਨ ਦਿੱਤੇ ਹੋਏ ਆ ਉਹਨੂੰ ਤੁਸੀਂ 30.25 ਦੇ ਨਾਲ ਡਿਵਾਈਡ ਕਰ ਦੋਗੇ ਤਾਂ ਉਹ ਤੁਹਾਡੇ ਆ ਜਾਣਗੇ ਮਰਲੇ। ਉਸ ਤੋਂ ਬਾਅਦ ਜੇ ਤੁਸੀਂ ਕਨਾਲਾਂ ਕੈਲਕੂਲੇਟ ਕਰਨੀਆਂ, ਜੇ ਤੁਸੀਂ ਕਨਾਲ ਕੈਲਕੂਲੇਟ ਕਰਨੇ ਆ, ਜਿੰਨੇ ਤੁਹਾਡੇ ਮਰਲੇ ਆ ਚੁੱਕੇ ਹੋਣਗੇ ਉਹਨੂੰ ਤੁਸੀਂ ਡਿਵਾਈਡ ਕਰ ਦੋਗੇ 20 ਦੇ ਨਾਲ, 20 ਦੇ ਨਾਲ, ਉਹ ਤੁਹਾਡੇ ਆ ਜਾਣਗੀਆਂ ਕਨਾਲਾਂ। ਜੇ ਤੁਸੀਂ ਏਕੜ ਕੈਲਕੂਲੇਟ ਕਰਨੇ ਆ, ਏਕੜ, ਫਿਰ ਕੀ ਕਰਨਾ? ਜੋ ਤੁਹਾਡੀਆਂ ਕਨਾਲਾਂ ਆ ਚੁੱਕੀਆਂ ਉਹਨੂੰ ਤੁਸੀਂ ਡਿਵਾਈਡ ਕਰ ਦੋਗੇ 8 ਦੇ ਨਾਲ, ਉਹ ਤੁਹਾਡੇ ਆ ਜਾਣਗੇ ਏਕੜ। ਇਸ ਤਰੀਕੇ ਅਸੀਂ ਕੈਲਕੂਲੇਟ ਕਰਨਾ। ਜੇ ਤੁਸੀਂ ਹੈਕਟੇਅਰ ਕੈਲਕੂਲੇਟ ਕਰਨੇ ਆ, ਹੈਕਟੇਅਰ 'ਚ, ਤਾਂ ਕੀ ਕਰੋਗੇ? ਜੋ ਤੁਹਾਡੇ ਏਕੜ ਆ ਚੁੱਕੇ ਆ ਉਹਨੂੰ ਤੁਸੀਂ ਡਿਵਾਈਡ ਕਰ ਦੋਗੇ 2.47 ਦੇ ਨਾਲ, ਉਹ ਤੁਹਾਡੇ ਆ ਜਾਣਗੇ ਹੈਕਟੇਅਰ। ਇਹ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ। ਹੁਣ ਅਸੀਂ ਅੱਜ ਪੜ੍ਹਾਂਗੇ ਸਭ ਤੋਂ ਪਹਿਲਾਂ ਪੰਜਾਬੀ 'ਚ ਚਤੁਰਭੁਜ ਕਹਿੰਦੇ ਆ ਅਤੇ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਕੁਆਡਰੀਲੇਟਰਲ। ਕੋਈ ਇੱਦਾਂ ਦੀ ਕੋਈ ਸ਼ੇਪ ਆ ਸਾਡੇ ਕੋਲ, ਸਪੋਜ਼ ਕਰੋ
ਉਹਦੀ ਕੋਈ ਸਾਈਡ ਇਕੁਅਲ ਨਹੀਂ ਗੀ, ਕੋਈ ਸਾਈਡ ਉੱਧਰ ਜਾ ਰਹੀ ਆ, ਕੋਈ ਉੱਧਰ ਜਾ ਰਹੀ ਆ, ਇਸ ਤਰੀਕੇ ਦੀ ਕੋਈ ਸ਼ੇਪ ਆ। ਸਪੋਜ਼ ਕਰੋ ਕਿ ਇਹ ਮੇਰੇ ਕੋਲ ਏ ਸਾਈਡ ਆ, ਇਹ ਬੀ ਆ, ਇਹ ਸੀ ਆ, ਇਹ ਡੀ ਆ, ਕੋਈ ਸਾਈਡ ਵੀ ਇਕੁਅਲ ਨਹੀਂ, ਕੋਈ ਵੀ ਸਾਈਡ ਇਕੁਅਲ ਨਹੀਂ, ਨਾ ਹੀ ਕੋਈ ਉਹਨਾਂ ਦੇ ਜਿਹੜੇ ਐਂਗਲ ਉਹ ਇਕੁਅਲ ਆ। ਜਿੱਦਾਂ ਕਿ ਅਸੀਂ ਆਪਣਾ ਪਹਿਲਾ ਕੇਸ ਕੀਤਾ ਸੀ ਜਿਹਦੇ ਵਿੱਚ ਇੱਕ ਆਇਤਾਕਾਰ ਸ਼ੇਪ ਬਣਦੀ ਸੀ, ਜਿਹਦੇ ਵਿੱਚ ਸਾਰੇ ਹੀ ਐਂਗਲ ਸੇਮ ਸੀ ਅਤੇ 90 ਸੀ। ਉਹਨਾਂ ਦੀਆਂ ਇਹ ਆਮੋ ਸਾਹਮਣੀਆਂ ਸਾਈਡਾਂ ਸੇਮ ਸੀ। ਇਸ ਤਰੀਕੇ ਇਹ ਜੇ ਮੇਰੇ ਕੋਲ ਸਪੋਜ਼ ਕਰੋ ਜੇ ਬੀ ਆ, ਇਸ ਤਰੀਕੇ ਦੀ ਅਸੀਂ ਉਹ ਕੈਲਕੂਲੇਟ ਕੀਤਾ ਸੀ। ਇਹ ਹੁਣ ਸਾਡੇ ਕੋਲ ਇਸ ਤਰੀਕੇ ਦੀ ਸ਼ੇਪ ਆ। ਅਤੇ ਮੋਸਟਲੀ ਇਹਦਾ ਏਰੀਆ ਕੈਲਕੂਲੇਟ ਕਰਨ 'ਚ ਬਹੁਤ ਸਾਰੇ ਗਲਤੀ ਕਰਦੇ ਆ। ਉਹ ਕੀ ਕਰਦੇ ਆ ਕਿ ਇਹਨਾਂ ਦੀ ਐਵਰੇਜ ਕੈਲਕੂਲੇਟ ਕਰ ਲੈਂਦੇ ਆ, ਇਹਨਾਂ ਨੂੰ ਐਡ ਕਰਕੇ ਓਵਰ ਟੂ, ਇੱਦਾਂ ਹੀ ਇਹਨਾਂ ਨੂੰ ਐਵਰੇਜ, ਇਹਨਾਂ ਦੀ ਐਵਰੇਜ ਫਾਈਂਡ ਕਰ ਲੈਂਦੇ, ਇਹਨਾਂ ਨੂੰ ਐਡ ਕਰਕੇ ਓਵਰ ਟੂ। ਨੋ ਡਾਊਟ 90% 99% ਇੱਦਾਂ ਹੀ ਕੀਤਾ ਜਾਂਦਾ, ਬਟ ਉਹਦੇ ਥੋੜ੍ਹੀ ਜਿਹੀ ਐਰਰ ਰਹਿ ਜਾਂਦੀ ਆ। ਹੁਣ ਇਹਦਾ ਸਹੀ ਤਰੀਕਾ ਕੀ ਆ? ਕੀ ਕਰੋ, ਇਹ ਜੋ ਡਾਇਗਨਲ ਆ ਇਹਨਾਂ ਨੂੰ ਮਿਲਾ ਦਿਓ, ਇਹਨਾਂ ਨੂੰ ਡਾਇਗਨਲ ਨੂੰ ਆਪਸ ਵਿੱਚ ਮਿਲਾ ਦਿਓ। ਕੀ ਕਰਨਾ ਤੁਸੀਂ ਇਹਦੇ ਵਿੱਚ, ਉਹ ਹੁਣ ਬੜੇ ਧਿਆਨ ਨਾਲ ਸਮਝਣਾ। ਅਸੀਂ ਮਿਣਤੀ ਕਿਹੜੀ ਕਰਨੀ ਹੈ? ਸਪੋਜ਼ ਕਰੋ ਦੇਖੋ ਇਹਨਾਂ ਦੋ ਸਾਡੇ ਕੋਲ ਟ੍ਰਾਇੰਗਲ ਬਣ ਗਈਆਂ, ਦੋ ਸਾਡੇ ਕੋਲ ਆਇਤਾਕਾਰ ਸ਼ੇਪ ਬਣ ਗਈਆਂ, ਇੱਕ ਇਹ ਅਤੇ ਇੱਕ ਇਹ। ਤਾਂ ਜਿਵੇਂ ਕਿ ਤੁਹਾਨੂੰ ਦੱਸ ਚੁੱਕੇ ਹਾਂ ਪਹਿਲਾਂ, ਕੋਈ ਵੀ ਟ੍ਰਾਇੰਗੂਲਰ ਸ਼ੇਪ ਆ ਤੁਹਾਡੇ ਕੋਲ, ਕੀ ਕਰਨਾ ਹੁੰਦਾ? ਇੱਕ ਪਰਪੈਂਡੀਕੂਲਰ ਡਰਾ ਕਰਨਾ, ਜਿਹਨੂੰ ਅਸੀਂ ਲੰਬ ਵੀ ਕਹਿੰਦੇ ਆ। ਉਹਦਾ ਤਰੀਕਾ ਤੁਹਾਨੂੰ ਦੱਸਿਆ ਸੀ ਕਿਸ ਤਰੀਕੇ ਕਰਨਾ, ਕੱਲ੍ਹ ਦੱਸ ਚੁੱਕੇ ਹਾਂ। ਸਪੋਜ਼ ਕਰੋ ਤੁਹਾਡੇ ਕੋਲ ਇਹ ਟ੍ਰਾਇੰਗਲ ਆ, ਆਹ ਵਾਲੇ, ਠੀਕ ਹੈ ਜੀ। ਹੁਣ ਜੇ ਮੈਂ ਐਨ ਲਾਈਨ ਡਰਾ ਕਰਦਾ, ਉਹ ਤਾਂ 90 ਡਿਗਰੀ ਐਂਗਲ ਨਹੀਂ ਬਣਨਾ, 90 ਡਿਗਰੀ ਐਂਗਲ ਨਹੀਂ ਬਣੇਗਾ, ਇੱਥੇ ਆਏਗਾ। ਕੀ ਤਰੀਕਾ? ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਇੱਦਾਂ ਖੜ੍ਹੇ ਹੋ ਜਾਓ, ਬਿਲਕੁਲ ਸਟਰੇਟ, ਸਿੱਧਾ ਦੇਖੋ, ਇੱਦਾਂ ਨਹੀਂ ਦੇਖਣਾ, ਇੱਦਾਂ ਨਹੀਂ ਦੇਖਣਾ, ਬਿਲਕੁਲ ਸਿੱਧਾ ਦੇਖੋ। ਜਿੰਨਾ ਚਿਰ ਤੁਹਾਨੂੰ ਇਹ ਨੁੱਕਰ ਨਹੀਂ ਦਿਖਾਈ ਦੇਗੀ, ਸਪੋਜ਼ ਕਰੋ ਤੁਸੀਂ ਇੱਥੇ ਖੜ੍ਹੇ ਆ, ਇਸ ਪੁਆਇੰਟ 'ਤੇ ਖੜ੍ਹੇ ਆ ਤੁਸੀਂ, ਇੱਦਾਂ ਇਸ ਪੁਆਇੰਟ 'ਤੇ ਤੁਸੀਂ ਸਿੱਧਾ ਦੇਖੋਗੇ, ਇਹ ਦਿਖੇਗਾ ਤੁਹਾਨੂੰ ਪੁਆਇੰਟ। ਫਿਰ ਥੋੜ੍ਹਾ ਤੁਸੀਂ ਅੱਗੇ ਆ ਜਾਓ, ਇੱਥੇ ਖੜ੍ਹੇ ਹੋਵੋਗੇ ਤੁਸੀਂ, ਬਿਲਕੁਲ ਇੱਦਾਂ ਖੜ੍ਹੇ ਹੋਵੋਗੇ ਤਾਂ ਤੁਹਾਨੂੰ ਸਿੱਧਾ ਤੁਸੀਂ ਦੇਖੋਗੇ, ਸਟਰੇਟ ਦੇਖੋਗੇ ਤਾਂ ਤੁਹਾਨੂੰ ਆਹ ਵਾਲਾ ਪੁਆਇੰਟ ਦਿਖੇਗਾ। ਹੋਰ ਥੋੜ੍ਹਾ ਅੱਗੇ ਚੱਲ, ਤੁਸੀਂ ਇਸ ਪੁਆਇੰਟ 'ਤੇ ਖੜ੍ਹੇ ਹੋਣਾ ਤਾਂ ਜੋ ਤੁਹਾਨੂੰ ਇਹ ਵਾਲੀ ਕੋਰਨਰ ਦਿਖਾਈ ਦੇਵੇ, ਇਹ ਕੋਰਨਰ ਪੁਆਇੰਟ ਦਿਖਾਈ ਦੇਵੇ। ਉਸ ਕੋਰਨਰ ਪੁਆਇੰਟ ਨੂੰ ਫਿਰ ਤੁਸੀਂ ਮਿਲਾ ਦਿਓ, ਉਹ ਵਾਲੇ, ਉਹਨੂੰ ਆਪਾਂ ਕਹਿੰਦੇ ਆ ਪਰਪੈਂਡੀਕੂਲਰ, ਇਹਨੂੰ ਅਸੀਂ ਕਹਿੰਦੇ ਆ ਪਰਪੈਂਡੀਕੂਲਰ। ਇਹ ਉਹਦੀ ਹੋ ਗਈ ਹਾਈਟ, ਪੰਜਾਬੀ ਨੂੰ ਇਹਨੂੰ ਕਹਿੰਦੇ ਆ ਲੰਬ। ਇਹ ਹੁੰਦਾ ਸਾਰਾ ਬੇਸ। ਇੱਕ ਇਹ ਸਾਈਡ ਦੀ ਮਿਣਤੀ ਕਰਨੀ, ਇੱਕ ਇਹ ਜੋ ਪੁਆਇੰਟ ਤੁਸੀਂ ਡਰॉ ਕੀਤਾ ਸਟਰੇਟ 90 ਡਿਗਰੀ ਐਂਗਲ, ਉਸ ਕੋਨੇ ਤੋਂ ਉਹਨੂੰ ਆਪਾਂ ਕਹਾਂਗੇ ਐਚ, ਹਾਈਟ। ਪਰਪੈਂਡੀਕੂਲਰ ਡਿਸਟੈਂਸ ਕਹਿ ਦਿੰਦੇ ਇਹਨੂੰ ਇੰਗਲਿਸ਼ ਵਿੱਚ, ਲੰਬ ਕਹਿੰਦੇ ਪੰਜਾਬੀ ਵਿੱਚ। ਇਹਨੂੰ ਅਸੀਂ ਮਿਣਤੀ ਕਰਨੀ, ਦੋ ਚੀਜ਼ਾਂ ਮਿਣਤੀ ਕਰਨੀਆਂ ਤਾਂ ਉਹਦਾ ਏਰੀਆ ਸੀ 1/2 BH। ਇਹ ਅਸੀਂ ਕੱਲ੍ਹ ਪੜ੍ਹਿਆ। ਇੱਕ ਇਹ ਤਰੀਕਾ ਦੱਸਿਆ ਸੀ ਇੱਕ ਹੀਰੋ ਫਾਰਮੂਲੇ ਦੇ ਨਾਲ। ਜੇ ਤੁਸੀਂ ਤਿੰਨੇ ਸਾਈਡਾਂ ਮਿਣਤੀ ਕਰਨੀ ਆ, ਇਹ ਵਾਲੀ, ਉਹ ਅਸੀਂ ਹੀਰੋ ਫਾਰਮੂਲੇ ਦੇ ਨਾਲ ਸਮਝਾਇਆ ਸੀ ਕੱਲ੍ਹ। ਜਿੰਨਾ ਮੇਰਾ ਉਹ ਪਾਰਟ ਨਹੀਂ ਦੇਖਿਆ, ਉਹ ਪਾਰਟ 1 ਪਹਿਲੇ ਦੇਖੋ, ਫਿਰ ਇਹ ਵੀਡੀਓ ਨੂੰ ਤੁਸੀਂ ਸਮਝਿਓ। ਸੋ ਇਸੇ ਤਰੀਕੇ ਹੁਣ ਅਸੀਂ ਇਹ ਕੈਲਕੂਲੇਟ ਕਰਾਂਗੇ, ਇਹਦਾ ਏਰੀਆ। ਉਹ ਕਿਸ ਤਰੀਕੇ ਕਰਾਂਗੇ? ਦੇਖੋ ਕੀ ਕਰਾਂਗੇ, ਪਹਿਲਾਂ ਅਸੀਂ ਇਸ ਸ਼ੇਪ ਦਾ ਏਰੀਆ ਫਾਈਂਡ ਕਰਦੇ ਹਾਂ। ਕੀ ਕਰੀਏ, ਅਸੀਂ ਉਹ ਪੁਆਇੰਟ ਲੱਭਣਾ ਜਿੱਥੇ ਖੜ੍ਹੇ ਹੋ ਕੇ ਅਸੀਂ ਡਰॉ ਕਰੀਏ। ਬਿਲਕੁਲ ਉਹੀ ਸੇਮ ਤਕਨੀਕ, ਇੱਦਾਂ ਖੜ੍ਹੇ ਹੋ ਜਾਓ ਬਿਲਕੁਲ ਉਸ ਲਾਈਨ ਦੇ ਉੱਪਰ, ਉਸ ਵੱਟ ਦੇ ਉੱਪਰ, ਅਤੇ ਉਸ ਕੋਰਨਰ ਨੂੰ ਦੇਖਣ ਦੀ ਕੋਸ਼ਿਸ਼ ਕਰੋ ਕਿੱਥੇ ਕੁ ਹੋ ਕੇ ਮੈਨੂੰ ਸਾਹਮਣੇ ਕੋਰਨਰ ਦਿਖਾਈ ਦੇ ਰਹੀ ਆ। ਫਿਰ ਉਹਦੀ ਅਸੀਂ ਮਿਣਤੀ ਕਰਾਂਗੇ ਅਤੇ ਤੁਸੀਂ ਦੇਖੋਗੇ ਕਿ ਇੱਥੋਂ ਬਿਲਕੁਲ ਸਾਹਮਣੇ ਇਹ ਪਰਪੈਂਡੀਕੂਲਰ ਆ ਜਾਏਗਾ ਸਾਡੇ ਕੋਲ। ਇਹਦੀ ਅਸੀਂ ਮਿਣਤੀ ਕਰਾਂਗੇ। ਇਹ ਸਪੋਜ਼ ਕਰੋ ਤੁਹਾਡੇ ਕੋਲ H1 ਹੈ ਇਹਦੀ ਮਿਣਤੀ। ਇਹ ਵਾਲਾ ਸਾਰਾ ਤੁਹਾਡੇ ਕੋਲ ਸਪੋਜ਼ ਕਰੋ, ਇਹਦੀ ਇਸ ਤਰੀਕੇ ਨਹੀਂ ਕਰਾਂਗੇ ਅਸੀਂ, ਇਸ ਤਰੀਕੇ ਨਹੀਂ ਕਰਾਂਗੇ। ਅਸੀਂ ਕੀ ਕਰਾਂਗੇ, ਅਸੀਂ ਇੱਕ ਪਰਪੈਂਡੀਕੂਲਰ ਡਰਾ ਕੀਤਾ, ਉਹਦੇ ਉੱਪਰ ਅਸੀਂ ਡਰਾ ਕਰਾਂਗੇ, ਇਸ ਤਰੀਕੇ ਕਰਾਂਗੇ ਅਸੀਂ, ਇਸ ਤਰੀਕੇ, ਆਹ ਵਾਲਾ, ਇਹਨੂੰ ਅਸੀਂ ਕਹਾਂਗੇ H1। ਮਤਲਬ ਕਿ ਇੱਕ ਇਹਦੀ ਮਿਣਤੀ ਕਰਨੀ, ਇਹਨੂੰ ਅਸੀਂ ਕਹਾਂਗੇ D। ਆਹ ਜੋ ਸਾਰੀ ਲੈਂਥ ਹੈ ਇਹਨੂੰ ਅਸੀਂ ਕਹਾਂਗੇ D, ਆਹ ਵਾਲੀ ਟੋਟਲ। ਜੇ ਮੈਂ ਨਾਮ ਰੱਖਦਾ, ਇਹ ਹੋ ਗਿਆ ਮੇਰੇ ਕੋਲ A B C D, ਕੋਰਨਰ ਦੇ ਜਿਹੜੇ ਮੈਂ ਨਾਮ ਰੱਖ ਦਿੱਤੇ A B C D। ਬੜੇ ਧਿਆਨ ਨਾਲ ਸਮਝਿਓ। ਅਤੇ ਮੈਂ ਕੀ ਕਰਨਾ, ਇੱਧਰੋਂ ਵੀ ਪਰਪੈਂਡੀਕੂਲਰ ਡਰਾ ਕਰਾਂਗੇ ਅਸੀਂ। ਇਹ ਆ ਗਿਆ ਸਾਡਾ, ਇਹਨੂੰ ਮੈਂ ਇਹਦਾ ਨਾਮ ਰੱਖ ਦਾਂਗਾ ਮੈਂ H2। ਮਤਲਬ ਇਸ ਕੋਰਨਰ 'ਤੇ ਖੜ੍ਹੇ ਹੋਣਾ ਤੁਸੀਂ, ਇੱਦਾਂ ਬਿਲਕੁਲ ਸਟਰੇਟ ਦੇਖਣਾ ਕਿ ਤੁਹਾਨੂੰ ਕੋਰਨਰ D ਦਿਖਾਈ ਦੇਵੇ, ਤਾਂ ਉਹ ਤੁਸੀਂ ਮਿਣਤੀ ਕਰਨੀ, ਬਿਲਕੁਲ ਸਿੱਧੀ ਮਿਣਤੀ ਕਰਨੀ, ਉਹ ਹੋ ਜਾਏਗੀ H2। ਇੱਦਾਂ ਹੀ ਤੁਸੀਂ ਇੱਥੇ ਖੜ੍ਹੇ ਹੋ ਕੇ, ਇੱਥੇ ਖੜ੍ਹੇ ਹੋ ਕੇ ਤੁਸੀਂ ਇੱਧਰ ਨੂੰ ਦੇਖਣਾ, ਇਹ ਕੋਰਨਰ ਦਿਖਾਈ ਦੇਵੇ, ਉਹ ਤੁਸੀਂ ਮਿਣਤੀ ਕਰੋਗੇ, ਉਹਨੂੰ ਅਸੀਂ ਕਹਿੰਦੇ ਆ H1।
एक आ वाला पॉइंट तो फार्मूला की आ जाना साढ़े को दो शेप है तुहाडे कोल एक आ वाली शेप दिखाई दे रही है एक आ वाली शेप दिखाई दे रही है दो ट्रायंगल दिखाई दे रही सी तुहानूं तो एरिया की होएगा बड़े ध्यान नाल समझना तुसीं एरिया जे असीं आ वाली शेप देखीए किहड़ी ए बी सी उहदा एरिया की आना कल पढ़िया सी असीं 1/2 बेस बेस की है मेरे कोल ए सी बेस हो गया ए सी इनटू मल्टीप्लाई किहदे नाल करनी H1 जो हाइट है H1 ये साडा फार्मूला आया इस शेप का की आना बिल्कुल उहदा भी इदां ही आना 1/2 AC इंटू H2 इस तरीके अज मैं फार्मूला बना रहा बट तुसीं फार्मूला थोड़ी बनाना तुसीं तां एक जो फार्मूला बन गया उन्होंने यूज़ करना बड़े ध्यान नाल समझना इहदा एरिया ठीक है ये बेस सारा AC इंटू जो आ हाइट जो आप मिनती की H1 ये हो गया एक नंबर का इदां ही 2 नंबर जी शेप आ वाली सारी ACD वह कितना ना हाफ AC इंटू H2 कुछ कॉमन निकलदा विचों कॉमन कर लईदा हुंदा AC विच बचिया H1 प्लस H2 ਜਿਹੜੇ समझ सकते ठीक है बाकी इन्हें डायरैक्ट फार्मूला यूज़ करना तो फार्मूला की बन गया ये साढ़े को फार्मूला बन गया हुण देखो कोई भी इदां दी शेप आ चतुर्भुज आ ठीक है जी वह असीं एरिया किवें कैलकुलेट करना आ जो डायगनल आ इहदी मिनती करनी AC दी ठीक उस तो बाद H1 करनी H2 करनी उन्होंने ऐड करना ये फार्मूले पुट कर दो वो साडा होएगा एरिया हुण सपोज करो मैं दोबारा डायग्राम बनाना सपोज करो आ मेरी डायग्राम आ वाली इस तरीके मैं डायग्राम बना ली सपोज करो तो मैं इनू मिला लिया मैं कह लो कि यदी मिनती की A B C D इनू मैजर किया तो कितना आ गया सपोज करो ये 550 आ गया सपोज करो 550 आ गया टोटल 550 मैं फुटां च कीता इन्ने फुट आ गया इत्थे लिख दें आप किते भी लिख लो इत्थे लिख लो चाहे 550 फुट कहता मीनिंग आ AC की वैल्यू मेरे को कितनी आ गई AC मेरे को 550 मैं अपने को सपोज कर लिया सपोज करो तुहाडे खेत की कोई होर आई है तुसीं वो लिख लोगे फिर बिल्कुल आप इदा परपेंडिकुलर ड्रा करना इदा वो सपोज करो तुहाडे कोल 150 आई है इदे तुसीं इत्थों परपेंडिकुलर ड्रा करना सीधा बिल्कुल परपेंडिकुलर दोनों बन्ने एंगल सेम बने इस तरीके दे नाल सपोज करो ये तुहाडे को आ गई आप ले लेने कोई 325 ले लो या 350 ले लो 350 इदा ले लो तो साढ़े को H1 जिन्हों असीं कहने वो हैगा 150 होर कुछ तुसीं मेजर नहीं करना कोई साइड कैलकुलेट नहीं करनी जस्ट तुसीं ये साइडां ही कैलकुलेट करनियां ठीक है ये परपेंडिकुलर ये लंब ये सारा कुछ मैं फुटां च मिनती की सपोज करो ये सारा कुछ फुटां च मिनती की ये सारा AC एरिया कितना आना एरिया की आना फार्मूला हाफ 1/2 AC H1 प्लस H2 फार्मूला भर दो AC की वैल्यू 550 H1 की वैल्यू आ मेरे को 150 H2 की वैल्यू मेरे को 350 मतलब 350 सिंपलीफाई कर लो थोड़ा जहा 550 इनू तुसी ऐड करोगे तो 500 हो गया 500 हो गया पूरा इनू कैंसल कर लो कैंसल करोगे 550 वो आ गया 250 250 दो दे नाल इनू डिवाइड कर दिता दो दे नाल तक सिमते दोगे इन्ना आ गया हुण तुसीं इनू मल्टीप्लाई भी कर सकते हैं बड़े आराम दे नाल इनू मल्टीप्लाई कर लोगे इनू तुसीं मल्टीप्लाई कर लोगे उस तो बाद हुण एरिया जो मिल गया जे तो तुसीं मरले बनाने तो की करोगे 200 क्योंकि असीं की कीता असीं फुटां च लई आ यूनिट साढ़े फुट चलते पे तुसीं 272.25 नाल डिवाइड कर दोगे तुहाडे मरले आ जाणगे इनू मल्टीप्लाई कर लोगे तुसीं तो की करोगे जे तुसीं मरले बनाने तो की करोगे जो भी ये आंसर आया उन्होंने तुसीं 272.25 दे नाल कर लोगे डिवाइड मल्टीप्लाई करके कितना आऊगा मल्टीप्लाई करके आएगा हाँ जी 25 दे नाल करना आप
तो वो तुहाडे कोल आ जाएगा 25 2 5 5 25 ਤੇ 10 35 ਤੇ 2 37 3 5 दूनी 10 3 13 1375 आ जाएंगे 1375 चैक भी कर लीए आप चैक भी करिए 550 हाँ जी चैक कर लिया जाए 550 प्लस मल्टीप्लाई बाय 250 हाँ जी 1375 नाल 2 जीरोज़ इनू हुण तुसीं फरदर डिवाइड करोगे भाग दे दो 272.25 तो तुहाडे कोल किन्ने मरले बन गए टोटल 505.05 इन्ने बने आलमोस्ट 505 मरले ही है ठीक है जी 505 मरले तुहाडे कोल आ गए हुण इहनूं तुसीं जे कनालां बनाणीआं की करोगे इहनूं डिवाइड कर दोगे 20 दे नाल 20 दे नाल डिवाइड कर दो तो तुहाडे कोल 25.25 कनालां आउणगीआं फरदर देखो की करोगे हुण तुसीं कनालां बना लो किन्नियां कनालां बनणगीआं तुहाडे कोल 505 आलमोस्ट मरले आए तुसीं की करोगे इन्ने आए तुहाडे कोल तुसीं इहनूं 20 नाल डिवाइड कर दो 20 नाल डिवाइड करोगे कुछ तुहाडे कोल इस तरीके आ जाऊगा 25.25 कैलकुलेटर ना करोगे हुण तुसीं कहोगे सर 25 की तो समझ आ गई 25 की चीज़ आ ये पॉइंट 25 की आ ये पॉइंट 25 बारे नहीं समझ लगे तुसीं इदां कह सकते हैं कि 25.25 ये 25.25 है 25.25 कनालां तो जे ना ही समझ आवे तो की करो 0.25 की चीज़ आ तुसीं कहो वो नहीं समझ आई तो मैं कहूँगा तुसीं की करो इनू 20 नाल मल्टीप्लाई कर दो क्योंकि 20 ने डिवाइड किया ना 20 नाल मल्टीप्लाई करो कितना आ गया 5 मल्टीप्लाई करोगे वो आ जाना 5 कहने का मीनिंग ये होया कि ये 25 कनालां ते 5 मरले पॉइंट 25 बारे ना पता लगे जिहदे नाल डिवाइड किया वो मल्टीप्लाई करके देख लो 5 जो आंसर आएगा वो तुहाडे मरले वो तुहाडे मरले आउणगे ठीक है 25 कनालां 5 मरले हाँ जी फरदर हुण जे तुसीं एकड़ कैलकुलेट करने आ एकड़ की करोगे इस 25.25 नूं तुसीं फरदर 8 नाल डिवाइड कर दो इनूं हुण तुसीं 8 नाल डिवाइड करो इस आंसर नूं तुसीं फरदर 8 नाल डिवाइड करोगे तो तुहाडे कोल 3.16 कुछ इदां आ जाना जे मैं राउंड ऑफ करके लिखा 3.16 आ जाएगा हुण तुसीं कहोगे सर 3 तो समझ आ गई ये पॉइंट 16 बारे समझ नहीं लगी तो मैं इनू फिर इदा लिखा देखो किन्ने एकड़ बन गए 3 एकड़ हो गए 0.16 बारे कुछ समझ नहीं आ रही ये की चीज़ आ तुसीं क्या करो 8 नाल डिवाइड किया तो 8 ने मल्टीप्लाई कर दो इनू 8 नाल मल्टीप्लाई करो ठीक है इदां आ गया ये साडे कोल 1.28 आ जाऊगा 1.28 वो जो 1 आया वो तुहाडे आ गए कनाल ठीक है जी आ हो गया साडा एकड़ ये हो गए साडे कनाल जे हुण तुसीं फरदर मरले भी बनाने आ तो जो 0.28 बारे तो पता लग गया तुहानूं ये कनाल आ 0.28 नूं फरदर 20 नाल मल्टीप्लाई कर दो वो तुहाडे कोल आ जाएगा 5.6 मल्टीप्लाई करके देखियो कहने का मीनिंग आ 5 तुहाडे कोल मरले आ गए 5 तुहाडे कोल टोटल वो मरले आ गए इस तरीके तुसीं ये कैलकुलेट कर सकते मैं एक बार फिर मैथड एक्सप्लेन करदा सपोज करो तुहाडे कोल कुछ किसी भी तरह की ये शेप आ मान लो इस तरीके शेप आ तुसीं की करना एक ये मिनती करनी टोटल एक तुसीं जो परपेंडिकुलर तुहानूं ड्रा करन दा तरीका दस्सिआ एक तुसीं ये कैलकुलेट करना H2 एक तुसीं ये कैलकुलेट करना H1 तो एरिए का तुसीं फार्मूला लाना हाफ
ਆ ਜੇ AC ਪੂਰੀ ਲੰਬਾਈ ਕਿੰਨੀ ਆ, ਸਪੋਜ਼ ਕਰੋ AC ਆ, ਇਹਦਾ ਨਾਮ ਰੱਖ ਦਈਏ। ਤੇ ਇਹ ਜੋ ਦੋ ਪਰਪੈਂਡੀਕੂਲਰ ਆ ਉਹਨਾਂ ਨੂੰ ਐਡ ਕਰਕੇ ਲਿਖਣਾ H1 + H2, ਉਹਨਾਂ ਨੂੰ ਜੋੜ ਕੇ ਉਹਨੂੰ AC ਨਾਲ ਮਲਟੀਪਲਾਈ ਕਰਨਾ, ਦੋ ਨਾਲ ਉਹਨੂੰ ਦੇਣੀ ਆ ਤਕਸੀਮ। ਆ ਦੇਖੋ ਇਹ ਫਾਰਮੂਲਾ ਸਾਡੇ ਕੋਲ। ਹੁਣ ਅਸੀਂ ਅਗਲਾ ਕੇਸ ਕਰਾਂਗੇ ਪੈਰਲੋਗ੍ਰਾਮ, ਸਮਾਂਤਰ ਚਤੁਰਭੁਜ ਨੂੰ ਅਸੀਂ ਕਹਿੰਦੇ ਆ, ਅਤੇ ਟ੍ਰੈਪੀਜ਼ੀਅਮ, ਉਹਦੇ ਏਰੀਏ ਬਾਰੇ ਅਸੀਂ ਡਿਸਕਸ ਕਰਦੇ ਹਾਂ। ਹਾਂਜੀ, ਅਗਲਾ ਕੇਸ ਆ, ਸਪੋਜ਼ ਕਰੋ ਮੈਂ ਪੈਰਲੋਗ੍ਰਾਮ ਲੈਣਾ। ਇਹ ਆ ਸਪੋਜ਼ ਕਰੋ ਮੇਰੀ ਸ਼ੇਪ, ਇਹ ਸ਼ੇਪ ਆ। ਕੀ ਦਿਖ ਰਿਹਾ, ਆਮੋ ਸਾਹਮਣੀਆਂ ਸਾਈਡਾਂ ਜਿਹੜੀਆਂ ਉਹ ਪੈਰਲਲ ਆ, ਸਮਾਂਤਰ ਆ ਆਪਸ ਵਿੱਚ, ਕਿ ਜਿੱਦਾਂ ਟ੍ਰੇਨ ਦੀ ਪਟੜੀ ਜਾਂਦੀ ਆ ਉਹ ਪੈਰਲਲ, ਇੱਦਾਂ ਹੀ ਬਿਲਕੁਲ ਕਿਤੇ ਵੀ ਉਹ ਇੰਟਰਸੈਕਟ ਨਹੀਂ ਕਰੂਗੀ। ਇੱਕ ਲਾਈਨ ਇਹ ਜਾਂਦੀ ਹੈ, ਇੱਕ ਇਹ ਜਾਂਦੀ, ਇਹ ਤਾਂ ਕਿਤੇ ਨਾ ਕਿਤੇ ਜਾ ਕੇ ਨਾ ਇੱਕ ਦੂਜੇ ਨੂੰ ਇੰਟਰਸੈਕਟ ਕਰ ਜਾਣਗੀਆਂ, ਕੱਟ ਜਾਣਗੀਆਂ। ਬਟ ਇਹ ਸਮਾਂਤਰ ਰੇਖਾਵਾਂ ਇਹ ਕਿਤੇ ਵੀ ਇੱਕ ਦੂਜੇ ਨੂੰ ਇੰਟਰਸੈਕਟ ਨਹੀਂ ਕਰਦੀਆਂ। ਕੋਈ ਵੀ ਤੁਹਾਡਾ ਖੇਤ ਇਸ ਟਾਈਪ ਦਾ ਜਿਹਦੇ 'ਚੋਂ ਪੈਰਲਲ ਸਾਈਡਾਂ ਜਾ ਰਹੀਆਂ, ਬਟ ਇੱਦਾਂ ਦੇ ਖੇਤ ਬਹੁਤ ਘੱਟ ਮਿਲਦੇ ਹੁੰਦੇ ਆ। ਜੋ ਅਸੀਂ ਲਾਸਟ ਟਾਈਪ ਕਰਕੇ ਹਟੇ ਹਾਂ, ਇਸ ਟਾਈਪ ਦੇ ਖੇਤ ਜਿਹੜੇ ਆ ਮੋਸਟਲੀ ਮਿਲਦੇ ਆ। ਉਹਦਾ ਤੁਹਾਨੂੰ ਮੈਂ ਏਰੀਆ ਸਮਝਾ ਚੁੱਕਿਆ। ਜੇ ਇਸ ਟਾਈਪ ਦਾ ਏਰੀਆ ਆਉਂਦਾ ਤਾਂ ਇਸ ਟਾਈਪ 'ਚ ਕੀ ਕਰਨਾ, ਸਪੋਜ਼ ਕਰੋ ਆਹ ਇੰਨੀ ਲੈਂਥ ਮੇਰੇ ਕੋਲ A ਆ, ਆਹ ਵਾਲੀ, ਇਹ B ਆ, ਸਪੋਜ਼ ਕਰੋ ਇੱਦਾਂ ਨਹੀਂ, ਸੇਮ ਸਾਈਡਾਂ ਸੇਮ ਹੁੰਦੀਆਂ ਕਿ ਜੇ ਇਹ ਵਾਲੀ ਸਾਈਡ A ਆ, ਇਹ ਵੀ A ਆ, ਇਹ ਸਪੋਜ਼ ਕਰੋ B ਆ, ਇਹ ਵੀ B ਆ। ਇਸ ਤਰੀਕੇ ਦੀ ਜਿਹੜੀ ਸਾਡੀ ਸਮਾਂਤਰ ਚਤੁਰਭੁਜ ਆ, ਇਹਦਾ ਏਰੀਆ ਕਿਵੇਂ ਕੈਲਕੂਲੇਟ ਕਰਨਾ, ਬੜੇ ਧਿਆਨ ਨਾਲ ਸਮਝਣਾ। ਇਹਦਾ ਏਰੀਆ ਕੈਲਕੂਲੇਟ ਕਰਨ ਦੇ ਲਈ ਕੀ ਕਰਨਾ, ਇਹਦਾ ਏਰੀਆ ਕੈਲਕੂਲੇਟ ਕਰਨ ਲਈ ਕੀ ਕਰਨਾ, ਚਾਹੇ ਇਹਦਾ ਨਾ ਵੈਸੇ ਬੇਸ ਰੱਖ ਲਈਦਾ ਹੁੰਦਾ B, ਠੀਕ ਹੈ, ਇਹਦਾ ਅਸੀਂ ਨਾਮ ਰੱਖਾਂਗੇ B, ਇਹਦਾ B ਰੱਖ ਲਓ। B ਇੰਟੂ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰ ਲੈਣਾ ਅਸੀਂ, ਫਿਰ ਕਿਤੇ ਵੀ ਚਾਹੇ ਇੱਥੋਂ ਮਿਣਤੀ ਕਰ ਲਓ, ਚਾਹੇ ਇੱਥੋਂ ਕਰ ਲਓ, ਚਾਹੇ ਇੱਥੋਂ ਕਰ ਲਓ, ਬਿਲਕੁਲ ਜਿੱਥੋਂ ਮਰਜ਼ੀ ਕਰ ਸਕਦੇ ਹੋ। ਉਹਦਾ ਅਸੀਂ ਨਾਮ ਰੱਖ ਲਾਂਗੇ H, ਅਤੇ B ਇੰਟੂ H ਫਾਰਮੂਲਾ ਏਰੀਆ ਦਾ, B ਇੰਟੂ H ਬਿਲਕੁਲ ਸੇਮ। ਤੁਸੀਂ ਏਰੀਆ ਕੈਲਕੂਲੇਟ ਕਰ ਲੈਣਾ, ਸਿੰਪਲ ਇਹਨੂੰ ਮਿਣਤੀ ਕਰ ਲਓ, ਇੱਕ ਆਹ ਪਰਪੈਂਡੀਕੂਲਰ ਦੀ ਮਿਣਤੀ ਕਰ ਲਓ, ਉਹਨਾਂ ਨੂੰ ਕਰ ਦਿਓ ਮਲਟੀਪਲਾਈ। ਫਿਰ ਤੁਸੀਂ ਜੇ ਮਰਲੇ ਬਣਾਉਣੇ ਆ, ਤੁਸੀਂ ਮੰਨ ਲਓ ਫੁੱਟਾਂ 'ਚ ਕੀਤੀ ਮਿਣਤੀ, ਜੇ ਫੁੱਟਾਂ 'ਚ ਕੀਤੀ ਆ ਅਤੇ ਮਰਲੇ ਬਣਾਉਣ ਲਈ ਕੀ ਕਰੋਗੇ, ਜਿੰਨਾ ਤੁਹਾਡਾ ਇੱਥੇ ਆ ਚੁੱਕਿਆ BH, ਉਹਨੂੰ ਤੁਸੀਂ ਡਿਵਾਈਡ ਕਰ ਦੋਗੇ 272.225 ਦੇ ਨਾਲ। ਜੇ ਤੁਸੀਂ ਮਿਣਤੀ ਕਰਮਾਂ 'ਚ ਕੀਤੀ ਆ ਤਾਂ ਫਿਰ ਤੁਸੀਂ 9 ਦੇ ਨਾਲ ਡਿਵਾਈਡ ਕਰੋਗੇ, ਜੇ ਕਰਮਾਂ 'ਚ ਮਿਣਤੀ ਕੀਤੀ ਆ ਤਾਂ ਫਿਰ 9 ਦੇ ਨਾਲ। ਔਰ ਏਰੀਆ ਜਿੰਨਾ ਆਇਆ ਉਹਨੂੰ ਤੁਸੀਂ 9 ਦੇ ਨਾਲ ਡਿਵਾਈਡ ਕਰੋਗੇ ਜੇ ਤੁਸੀਂ ਮਿਣਤੀ ਕਰਮਾਂ 'ਚ ਕੀਤੀ ਆ। ਇਸ ਚੀਜ਼ ਦਾ ਖਿਆਲ ਰੱਖਣਾ। ਸੋ ਇੱਥੇ ਅਸੀਂ 272.25 ਨਾਲ ਕਰਦੇ ਪਏ ਹਾਂ, ਕਿਉਂਕਿ ਅਸੀਂ ਫੁੱਟਾਂ ਵਿੱਚ ਮਿਣਤੀ ਕੀਤੀ, ਇਸ ਕਰਕੇ। ਉਸ ਤੋਂ ਬਾਅਦ ਜੇ ਤੁਸੀਂ ਉਹਦੀਆਂ ਕਨਾਲਾਂ ਬਣਾਉਣੀਆਂ ਤਾਂ ਕੀ ਕਰੋਗੇ, ਜਿੰਨਾ ਇੱਥੇ ਆਨਸਰ ਆ ਚੁੱਕਿਆ ਉਹਨੂੰ ਤੁਸੀਂ ਫਰਦਰ 20 ਦੇ ਨਾਲ ਡਿਵਾਈਡ ਕਰ ਦੋਗੇ। ਜੇ ਤੁਸੀਂ ਉਹਦੇ ਏਕੜ ਬਣਾਉਣੇ ਆ, ਏਕੜ ਬਣਾਉਣ ਦੇ ਲਈ ਕੀ ਕਰੋਗੇ, ਤੁਸੀਂ ਡਿਵਾਈਡ ਕਰ ਦੋਗੇ ਫਰਦਰ 8 ਦੇ ਨਾਲ, ਜੋ ਵੀ ਆਨਸਰ ਆਏਗਾ ਇੱਥੇ। ਫਰਦਰ ਜੇ ਤੁਸੀਂ ਉਹਦੇ ਹੈਕਟੇਅਰ ਬਣਾਉਣੇ ਆ, ਹੈਕਟੇਅਰ ਬਣਾਉਣ ਦੇ ਲਈ ਕੀ ਕਰੋਗੇ, ਤੁਸੀਂ ਡਿਵਾਈਡ ਕਰ ਦੋਗੇ 2.47 ਦੇ ਨਾਲ, ਉਹ ਤੁਹਾਡੇ ਬਣ ਜਾਣਗੇ ਹੈਕਟੇਅਰ। ਮੇਨ ਕੰਮ ਹੁੰਦਾ ਏਰੀਆ ਕੈਲਕੂਲੇਟ ਕਰਨਾ। ਅਤੇ ਇਸ ਟਾਈਪ ਦੀ ਕੋਈ ਵੀ ਸ਼ੇਪ ਹੋਵੇ ਉਹਦਾ ਤੁਸੀਂ ਇਸ ਤਰੀਕੇ ਦੇ ਨਾਲ ਉਹਦਾ ਏਰੀਆ ਕੈਲਕੂਲੇਟ ਕਰਨਾ। ਬੇਸ, ਇਹ ਵਾਲੀ ਆਧਾਰ ਜਿਹਨੂੰ ਕਹਿੰਦੇ ਬੇਸ, ਆਹ ਜੋ ਵੀ ਤੁਹਾਡੀ ਹਾਈਟ ਆਏਗੀ, ਇਹ ਜੋ ਲੰਬ ਆਏਗਾ ਤੁਹਾਡੇ ਕੋਲ, ਇਹਦੀ ਤੁਸੀਂ ਮਿਣਤੀ ਕਰਨੀ ਹੈ, ਨਾ ਕਿ ਸਾਈਡਾਂ ਦੀ। ਉਹ ਸਾਈਡਾਂ ਦੀ ਕਰੋਗੇ ਉਹ ਏਰੀਆ ਜਿਹੜਾ ਐਗਜ਼ੈਕਟ ਨਹੀਂ ਆਏਗਾ, ਉਹਦੇ 'ਚ ਐਰਰ ਆਏਗੀ। ਹੁਣ ਨੈਕਸਟ ਜਿਹੜੀ ਸ਼ੇਪ ਆ ਉਹ ਵੀ ਬਹੁਤ ਵਧੀਆ ਇਸ ਤਰੀਕੇ ਆ ਸਕਦੀ ਆ। ਮੰਨ ਲਓ ਆ ਦੋ ਲਾਈਨਾਂ ਪੈਰਲਲ ਜਾ ਰਹੀਆਂ, ਇੱਕ ਇੱਦਾਂ ਚਲੇਗੀ ਇਸ ਤਰੀਕੇ। ਇਹਦੇ 'ਚ ਕੀ ਆ ਕਿ ਇਹ ਸਪੋਜ਼ ਕਰੋ ਮੇਰੇ ਕੋਲ A ਸਾਈਡ ਆ, ਇਹ ਮੇਰੇ ਕੋਲ B ਸਾਈਡ ਆ, ਇਹ ਦੋਵੇਂ ਪੈਰਲਲ ਆ। ਮੇਰੇ ਕੋਲ ਥੋੜ੍ਹੀ ਜਿਹੀ ਪੈਰਲਲ ਨਹੀਂ ਬਣੀ, ਬਟ ਇਹ ਪੈਰਲਲ ਆ। ਇਹ ਦੋ ਪੈਰਲਲ ਨਹੀਂ, ਇਹਨੂੰ ਅਸੀਂ ਸਮਾਂਤਰ ਚਤੁਰਭੁਜ ਨਹੀਂ ਕਹਿੰਦੇ, ਇਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਟ੍ਰੈਪੀਜ਼ੀਅਮ। ਟ੍ਰੈਪੀਜ਼ੀਅਮ ਕਹਿੰਦੇ ਅਸੀਂ ਇਹਨੂੰ। ਮੈਂ ਥੋੜ੍ਹੀ ਜਿਹੀ ਵਧੀਆ ਡਾਇਗਰਾਮ ਬਣਾਵਾਂ ਕਿਉਂਕਿ ਉਹ ਪੈਰਲਲ ਲੱਗ ਹੀ ਨਹੀਂ ਰਹੀ। ਕਿਸ ਤਰੀਕੇ ਬਣਾਵਾਂਗੇ ਅਸੀਂ, ਆ ਦੇਖੋ ਇਸ ਤਰੀਕੇ, ਦੋ ਸਾਈਡਾਂ ਇਹਦੀਆਂ ਬਿਲਕੁਲ ਪੈਰਲਲ ਆ, ਦੋ ਸਾਈਡਾਂ ਇਹਦੀਆਂ ਬਿਲਕੁਲ ਪੈਰਲਲ ਆ। ਇੱਦਾਂ ਲੈ ਲਓ। ਇਹਦਾ ਏਰੀਆ ਕਿਵੇਂ ਕੈਲਕੂਲੇਟ ਕਰਨਾ, ਸਪੋਜ਼ ਕਰੋ ਇਹ ਸਾਰੀ A ਆ, ਇਹ ਸਾਰੀ ਸਾਈਡ B ਆ। ਇਹਦੇ 'ਚ ਕੀ ਕਰਨਾ, ਤੁਸੀਂ ਇੱਥੋਂ ਪਰਪੈਂਡੀਕੂਲਰ ਡਰਾ ਕਰ ਲੈਣਾ ਇਸ ਤਰੀਕੇ। ਉਹਦਾ ਅਸੀਂ ਨਾਮ ਰੱਖਾਂਗੇ H। ਇਸ ਟ੍ਰੈਪੀਜ਼ੀਅਮ ਦਾ ਏਰੀਆ ਕਿਵੇਂ ਕੈਲਕੂਲੇਟ ਕਰਨਾ, ਉਹਦਾ ਫਾਰਮੂਲਾ 1/2 1/2 A + B ਇੰਟੂ H। ਬਿਲਕੁਲ ਸੇਮ ਇਹੀ ਚੀਜ਼ ਆ। ਇਹਦੇ 'ਚ ਕੀ ਸੀ ਕਿ ਦੋਨੇ ਸਾਈਡਾਂ ਸੇਮ ਸੀ, B ਇੰਟੂ H।
ਇੱਥੇ ਸੇਮ ਨਹੀਂ, ਜੇ ਨਹੀਂ ਤਾਂ ਇਹਨਾਂ ਦੀ ਐਵਰੇਜ ਕੱਢਣੀ A ਪਲੱਸ B ਓਵਰ 2 ਇੰਟੂ H, ਮੀਨਿੰਗ ਸੇਮ ਆ। ਜੋ ਸਮਾਂਤਰ ਰੇਖਾਵਾਂ ਉਹਨਾਂ ਦੀ ਐਵਰੇਜ ਕੱਢਣੀ, ਉਹਨਾਂ ਦੀ ਐਵਰੇਜ ਕੱਢਣੀ A ਪਲੱਸ B ਬਾਏ 2, ਵੱਖੋ ਵੱਖਰੀਆਂ ਨਾ, ਇੱਥੇ ਸੇਮ ਸੀ ਇਹ ਦੋਵੇਂ, ਇਸ ਕਰਕੇ ਸਿੰਪਲ B ਇੰਟੂ H। ਇੱਥੇ ਕਿਉਂਕਿ ਵੱਖੋ ਵੱਖਰੀਆਂ ਇਹ ਸਾਈਡਸ, ਇਸ ਕੁਐਸਚਨ ਦੇ ਅੰਦਰ, ਇਸ ਸ਼ੇਪ ਦੇ ਅੰਦਰ ਕੀ ਕਰਨਾ, ਇਹਨਾਂ ਨੂੰ ਐਡ ਕਰਕੇ ਓਵਰ 2 ਕਰਨਾ। ਸਪੋਜ਼ ਕਰੋ ਇਹ ਸਾਰੀ ਤੁਸੀਂ ਮਿਣਤੀ ਕਰਦੇ ਆ, ਉਹ ਤੁਹਾਡਾ ਆ ਜਾਂਦਾ ਵਾ 500 ਫੁੱਟ, ਫੁੱਟਾਂ 'ਚ ਆ ਜਾਂਦਾ ਫੀਟ। ਇਹ ਸਪੋਜ਼ ਕਰੋ ਤੁਹਾਡਾ ਆ ਜਾਂਦਾ ਵਾ 400, ਡਾਇਰੈਕਟ ਜੇ ਆਪਾਂ ਲੈ ਲੈਂਦੇ ਆ। H ਤੁਸੀਂ ਕੈਲਕੂਲੇਟ ਕਰਦੇ ਆ, ਉਹ ਸਪੋਜ਼ ਕਰੋ ਤੁਹਾਡਾ ਸਿਰਫ 200 ਆ, ਇੱਦਾਂ ਤਾਂ ਕੀ ਆ ਜਾਊਗਾ ਏਰੀਆ? ਏਰੀਆ ਆ ਜਾਏਗਾ 1/2 500 ਪਲੱਸ 400 ਇੰਟੂ H ਕੀ ਆ 200। ਤਾਂ ਕੀ ਕਰੋਗੇ ਪਹਿਲੇ 900 ਮਤਲਬ ਗੁਣਾ 200, ਇਹਨੂੰ ਫਿਰ ਤੁਸੀਂ ਜਦੋਂ ਡਿਵਾਈਡ ਕਰੋਗੇ ਇਹਦੇ ਨਾਲ ਕੈਂਸਲ ਕਰ ਦਿਓ ਭਾਵੇਂ। ਜੇ ਕੈਂਸਲ ਕਰਨ ਦਾ ਚੱਕਰ ਨਾ ਆਉਂਦਾ ਹੋਵੇ ਤੁਹਾਨੂੰ, ਤਾਂ ਤੁਸੀਂ ਮਲਟੀਪਲਾਈ ਕਰਕੇ 2 ਦੇ ਨਾਲ ਤਕਸੀਮ ਦੇ ਸਕਦੇ ਆ, ਕੋਈ ਫਰਕ ਨਹੀਂ ਪੈਂਦਾ। ਤੁਸੀਂ ਕੈਲਕੂਲੇਟਰ ਦੀ ਹੈਲਪ ਵੀ ਲੈ ਸਕਦੇ ਆ। ਅਤੇ ਇਹ ਆ ਗਿਆ 900 ਗੁਣਾ 100, ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ ਇਹ 90,000 ਆ ਜਾਏਗਾ, 90,000 ਆ ਜਾਏਗਾ। ਹੁਣ ਤੁਸੀਂ ਇਹਦੇ ਮਰਲੇ ਬਣਾ ਲਓ, ਬਸ ਏਰੀਆ ਮਿਲ ਗਿਆ ਤਾਂ ਜੋ ਮਰਜ਼ੀ ਕਰ ਸਕਦੇ ਹੋ ਤੁਸੀਂ। ਇਹਦੇ ਮਰਲੇ ਬਣਾਓ, ਕੀ ਕਰੋਗੇ? ਜਿੰਨਾ ਏਰੀਆ ਆਇਆ ਉਹਨੂੰ ਤੁਸੀਂ 272, ਤੁਸੀਂ ਕਹੋਗੇ ਸਾਡੀ ਗੱਲ ਨਹੀਂ ਸਮਝ ਆਈ, ਕਿਤੇ ਤੁਸੀਂ ਕਹਿ ਦਿੰਦੇ ਆ 9 ਦੇ ਨਾਲ ਡਿਵਾਈਡ ਕਰੋ, ਕਦੀ ਕਹਿ ਦਿੰਦੇ ਆ 272.25 ਨਾਲ ਡਿਵਾਈਡ ਕਰੋ। ਮੈਂ ਫਿਰ ਦੱਸ ਦੇਵਾਂ, ਜੇ ਤੁਸੀਂ ਫੁੱਟਾਂ 'ਚ ਮਿਣਤੀ ਕੀਤੀ ਹੈ ਨਾ ਸਾਰਿਆਂ ਦੀ, ਜੇ ਤੁਸੀਂ ਫੁੱਟਾਂ 'ਚ ਗਿਣਤੀ ਕੀਤੀ ਆ ਤਾਂ 272.25 ਨਾਲ ਡਿਵਾਈਡ ਕਰਕੇ ਮਰਲੇ ਬਣਨੇ। ਜੋ ਆਨਸਰ ਆਏਗਾ ਉਹਨੂੰ 20 ਦੇ ਨਾਲ ਡਿਵਾਈਡ ਕਰ ਦਿਓਗੇ, ਉਹ ਕਨਾਲਾਂ ਆ ਜਾਣਗੀਆਂ। ਜੇ ਤੁਸੀਂ ਏਕੜ ਬਣਾਉਣੇ ਆ ਤਾਂ ਤੁਸੀਂ 8 ਦੇ ਨਾਲ ਡਿਵਾਈਡ ਕਰ ਦਿਓ। ਜੇ ਤੁਸੀਂ ਫਰਦਰ ਹੈਕਟੇਅਰ ਬਣਾਉਣੇ ਆ ਤਾਂ ਤੁਸੀਂ ਹੋਰ ਕਈ ਕੰਮ ਕਰ ਦਿਓ, 2.47 ਨਾਲ ਡਿਵਾਈਡ ਕਰ ਦਿਓ, ਉਹ ਸਭ ਕੁਝ ਆ ਜਾਏਗਾ। ਉਹ ਤੁਸੀਂ ਸਿੰਪਲੀਫਾਈ ਬੜੇ ਈਜ਼ੀਲੀ ਕਰ ਸਕਦੇ ਆ। ਜੇ ਤੁਹਾਡੀ ਮਿਣਤੀ ਇਹੀ ਤੁਸੀਂ ਮਿਣਤੀ ਕੀਤੀ ਹੁੰਦੀ, ਜੋ ਤੁਹਾਡੀ A ਦੀ ਵੈਲਿਊ ਆ, ਸਪੋਜ਼ ਕਰੋ ਉਹ 500 ਕਾਹਦੇ 'ਚ ਹੁੰਦੀ? ਕਰਮਾਂ 'ਚ ਹੁੰਦੀ। ਜੋ B ਦੀ ਵੈਲਿਊ ਤੁਹਾਡੇ ਕੋਲ 400 ਆ, ਉਹ ਤੁਹਾਡੇ ਕੋਲ ਕਾਹਦੇ 'ਚ ਹੁੰਦੀ? ਸਪੋਜ਼ ਕਰੋ ਉਹ ਵੀ ਕਰਮਾਂ 'ਚ ਹੁੰਦੀ। ਜੋ ਤੁਹਾਡੇ ਕੋਲ H ਦੀ ਵੈਲਿਊ ਆ, ਉਹ ਤੁਹਾਡੇ ਕੋਲ 200, ਉਹ ਵੀ ਕਰਮਾਂ ਹੁੰਦੀਆਂ ਮੰਨ ਲਓ, ਫਿਰ ਤਾਂ ਜ਼ਮੀਨ ਬਹੁਤ ਬਣ ਜਾਣੀ। ਏਰੀਆ ਫਿਰ ਕਿਸ ਤਰੀਕੇ ਕੈਲਕੂਲੇਟ ਕਰਨਾ? ਏਰੀਆ ਤਾਂ ਬਿਲਕੁਲ ਸੇਮ ਹੀ ਆਉਣਾ, ਕੋਈ ਫਰਕ ਨਹੀਂ ਪੈਣਾ, ਉਹ ਤਾਂ ਸੇਮ ਹੀ ਆ ਜਾਊਗਾ। ਫਿਰ ਤੁਸੀਂ ਜਦੋਂ ਉਹਦੇ ਮਰਲੇ ਬਣਾਉਣੇ ਆ, ਫਰਕ ਉੱਥੇ ਪੈਣਾ। ਮਰਲੇ ਫਿਰ ਕੀ ਕਰੋਗੇ? ਜਦੋਂ ਤੁਹਾਡੇ ਕੋਲ ਆਨਸਰ ਆ ਜਾਏਗਾ ਇੱਥੇ 90,000, ਫਿਰ ਤੁਸੀਂ 9 ਦੇ ਨਾਲ ਡਿਵਾਈਡ ਕਰੋਗੇ, ਤੁਹਾਡੇ ਕੋਲ 10,000 ਮਰਲੇ ਬਣ ਜਾਣੇ ਇੱਥੇ, 10,000 ਮਰਲੇ ਬਣਨਗੇ। ਜਦੋਂ ਤੁਸੀਂ ਮਿਣਤੀ ਜਿਹੜੀ ਕਰਨੀ ਆ, ਜੇ ਕਰਮਾਂ 'ਚ ਕਰਨੀ ਆ ਤਾਂ ਮਰਲੇ ਬਣਾਉਣ ਲਈ ਤੁਸੀਂ 9 ਦੇ ਨਾਲ ਡਿਵਾਈਡ ਕਰੋਗੇ। ਜੇ ਤੁਸੀਂ ਫੁੱਟਾਂ 'ਚ ਮਿਣਤੀ ਕੀਤੀ ਆ ਤਾਂ ਮਰਲੇ ਬਣਾਉਣ ਦੇ ਲਈ ਤੁਸੀਂ 272.25 ਦੇ ਨਾਲ ਡਿਵਾਈਡ ਕਰਨਾ। ਇਸ ਚੀਜ਼ ਦਾ ਤੁਸੀਂ ਖਿਆਲ ਰੱਖਣਾ। ਹੁਣ ਮੈਂ ਇੱਕ ਵਾਰੀ ਸਾਰਾ ਕੁਝ ਇੱਕ ਵਾਰ ਰਿਵਾਈਜ਼ ਕਰਾ ਦਾਂ, ਜੋ ਅਸੀਂ ਪੜ੍ਹਿਆ, ਸਾਰੇ ਫਾਰਮੂਲੇ ਇੱਕ ਵਾਰੀ ਦੁਬਾਰਾ ਰਿਵਾਈਜ਼ ਕਰਾ ਦਾਂ। ਕਿਸ ਟਾਈਪ ਦੀ ਸ਼ੇਪ ਨੂੰ ਅਸੀਂ ਕਿਸ ਤਰੀਕੇ ਉਹਦਾ ਏਰੀਆ ਕੈਲਕੂਲੇਟ ਕਰਨਾ। ਜੇ ਤੁਹਾਨੂੰ ਏਰੀਆ ਮਿਲ ਜਾਂਦਾ ਵਾ ਫਿਰ ਤਾਂ ਬੜੀ ਤੁਸੀਂ ਈਜ਼ੀਲੀ ਉਹਨੂੰ ਤੁਸੀਂ ਕੈਲਕੂਲੇਟ ਕਰ ਸਕਦੇ ਆ, ਉਹਦੇ ਤੁਸੀਂ ਮਰਲੇ ਬਣਾ ਸਕਦੇ ਆ, ਤੁਸੀਂ ਉਹਦੇ ਕਨਾਲ ਬਣਾ ਸਕਦੇ ਆ। ਮੈਂ ਫਿਰ ਦੱਸ ਦੇਵਾਂ, ਜਿੰਨਾ ਤੁਹਾਡਾ ਏਰੀਆ ਆਇਆ, ਏਰੀਏ ਨੂੰ ਤੁਸੀਂ 272.25 ਦੇ ਨਾਲ ਡਿਵਾਈਡ ਕਰ ਦੋਗੇ, ਕੀ ਬਣਨਗੇ ਤੁਹਾਡੇ? ਮਰਲੇ ਬਣਨਗੇ। ਜੇ ਕਰਮਾਂ 'ਚ ਮਿਣਤੀ ਕੀਤੀ ਫਿਰ ਤੁਸੀਂ 9 ਦੇ ਨਾਲ ਡਿਵਾਈਡ ਕਰਨਾ, ਔਰ ਫਿਰ ਤੁਸੀਂ 9 ਦੇ ਨਾਲ ਡਿਵਾਈਡ ਕਰਨਾ ਜੇ ਤੁਸੀਂ ਕਰਮਾਂ 'ਚ ਮਿਣਤੀ ਕੀਤੀ ਆ, ਕਰਮਾਂ 'ਚ। ਠੀਕ ਆ। ਇਹ ਕਦੋਂ ਲਗਾਉਣਾ? ਜਦੋਂ ਤੁਸੀਂ ਫੁੱਟਾਂ 'ਚ ਮਿਣਤੀ ਕੀਤੀ ਆ, ਉਦੋਂ ਤੁਸੀਂ 272.25 ਦੇ ਨਾਲ ਡਿਵਾਈਡ ਕਰਨਾ। ਜਦੋਂ ਤੁਸੀਂ ਕਨਾਲਾਂ ਬਣਾਉਣੀਆਂ ਫਿਰ ਕੀ ਕਰਨਾ? ਜੋ ਤੁਹਾਡੇ ਇੱਥੇ ਮਰਲੇ ਆ ਚੁੱਕੇ ਆ ਉਹਨਾਂ ਨੂੰ ਤੁਸੀਂ 20 ਦੇ ਨਾਲ ਡਿਵਾਈਡ ਕਰ ਦੇਣਾ, ਭਾਵੇਂ ਇੱਥੇ ਆਇਆ ਅਤੇ ਭਾਵੇਂ ਇੱਥੇ ਆਇਆ, ਉਹ ਕੋਈ ਫਰਕ ਨਹੀਂ। ਫਿਰ ਤੁਸੀਂ ਜੇ ਉਹਦੇ ਏਕੜ ਬਣਾਉਣੇ ਆ, ਏਕੜ ਬਣਾਉਣ ਲਈ ਕੀ ਕਰਨਾ? ਜੋ ਤੁਹਾਡੀਆਂ ਕਨਾਲਾਂ ਆਈਆਂ ਉਹਨਾਂ ਨੂੰ 8 ਦੇ ਨਾਲ ਡਿਵਾਈਡ ਕਰ ਦਿਓ। ਤੁਸੀਂ ਜੇ ਹੈਕਟੇਅਰ ਬਣਾਉਣੇ ਆ ਤਾਂ ਕੀ ਕਰੋਗੇ? ਜੋ ਤੁਹਾਡੇ ਏਕੜ ਆਏ ਆ ਉਹਨਾਂ ਨੂੰ ਤੁਸੀਂ 2.47 ਨਾਲ ਡਿਵਾਈਡ ਕਰ ਦਿਓ, ਉਹ ਤੁਹਾਡੇ ਆ ਜਾਣਗੇ ਹੈਕਟੇਅਰ। ਉਮੀਦ ਕਰਦਾ ਕਿ ਸਮਝ ਆ ਗਈ ਹੋਏਗੀ ਤੁਹਾਨੂੰ। ਫਿਰ ਮੈਂ ਕੀ ਅੱਜ ਕਰਵਾਇਆ? ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਿਆ, ਵੱਖਰੇ ਸਾਰੇ ਮੈਂ ਇੱਕ ਵਾਰੀ ਰਿਵਾਈਜ਼ ਕਰਾਂਦਾ। ਸਭ ਤੋਂ ਐਂਡ ਵਿੱਚ ਮੈਂ ਕੀ ਦੱਸਿਆ ਤੁਹਾਨੂੰ? ਉਹ ਮੈਂ ਇੱਕ ਟ੍ਰੈਪੀਜ਼ੀਅਮ ਦੀ ਸ਼ੇਪ
ਕੋਈ ਵੀ ਸਪੋਜ਼ ਕਰੋ ਇੱਦਾਂ ਦੀ ਸ਼ੇਪ ਆ, ਇੱਦਾਂ ਦੀ, ਠੀਕ, ਚਾਹੇ ਇੱਦਾਂ ਦੀ, ਕੀ ਕਰਨਾ, ਇੱਕ ਇਹਦੀ ਮਿਣਤੀ ਕਰਨੀ A, ਇੱਕ ਇਹਦੀ ਮਿਣਤੀ ਕਰਨੀ, ਤੇ ਇੱਕ H ਆ ਕੈਲਕੂਲੇਟ ਕਰਨਾ। ਤੇ ਉਹਦਾ ਏਰੀਆ ਕੀ ਪੜ੍ਹਿਆ ਅਸੀਂ, A ਪਲੱਸ B, ਇੱਦਾਂ ਲਿਖ ਲਓ 1/2 ਆਦਤ ਪਈ ਹੋਈ ਇੰਗਲਿਸ਼ ਬੋਲਣ ਦੀ, A ਪਲੱਸ B ਗੁਣਾ H, ਇੱਦਾਂ ਫਾਰਮੂਲਾ ਲਾਣਾ। ਦੇਖੋ ਜ਼ਰੂਰੀ ਨਹੀਂ ਖੇਤ ਇੱਦਾਂ ਦਾ ਹੋਵੇ, ਚਾਹੇ ਇੱਦਾਂ ਵੀ ਹੁੰਦਾ, ਇੱਦਾਂ ਵੀ ਹੋ ਸਕਦਾ, ਦੇਖੋ ਇੱਦਾਂ ਵੀ ਹੋ ਜਾਂਦਾ ਭਾਵੇਂ, ਕੋਈ ਪ੍ਰੋਬਲਮ ਨਹੀਂ। ਇਹ A ਆ, ਇਹ B ਆ, ਉੱਥੇ ਇਹ H ਹੀ ਆ, ਇਹਦਾ ਵੀ ਫਾਰਮੂਲਾ ਸੇਮ ਇਹੀ ਫਾਰਮੂਲਾ। ਹੋ ਸਕਦਾ ਖੇਤ ਇੱਦਾਂ ਦਾ ਵੀ ਹੋ ਜਾਵੇ, ਇਸ ਕਰਕੇ ਟੈਨਸ਼ਨ ਨਹੀਂ ਲੈਣੀ। ਤੁਸੀਂ ਕਹੋਗੇ ਸਰ ਨੇ ਤਾਂ ਇੱਦਾਂ ਦੱਸਿਆ, ਤਾਂ ਵੀ ਅਸੀਂ ਮਿਣਤੀ ਇਹੀ ਕਰਨੀ ਆ, ਅਸੀਂ ਇੱਦਾਂ ਆਹ ਵਾਲੀ ਮਿਣਤੀ ਕਰਨੀ ਆ। ਇਹ ਸਾਡੀ H ਆ, ਇਹ A ਆ, ਇਹ B ਆ, ਤਾਂ ਵੀ ਫਾਰਮੂਲਾ ਸੇਮ। ਸਪੋਜ਼ ਕਰੋ ਤੁਹਾਡਾ ਖੇਤ ਇੱਦਾਂ ਦਾ, ਤਾਂ ਵੀ ਸੇਮ, ਤਾਂ ਵੀ ਅਸੀਂ ਇਹ ਮਿਣਤੀ ਕਰਾਂਗੇ, ਇਹ ਮਿਣਤੀ ਕਰਾਂਗੇ, ਇਹ ਮਿਣਤੀ ਕਰਾਂਗੇ, ਇੱਕ H ਕੈਲਕੂਲੇਟ ਕਰਾਂਗੇ, ਫਿਰ ਫਾਰਮੂਲਾ ਉਹੀ ਲਾਉਣਾ ਅਸੀਂ ਸੇਮ, ਠੀਕ ਹੈ। ਫਰਕ ਹੋ ਸਕਦਾ A ਪਲੱਸ B, ਇਹਨਾਂ ਦੀ ਐਵਰੇਜ ਕੱਢਣੀ, ਜੋ ਹਾਈਟ ਹੋਏਗੀ ਉਹਦੇ ਨਾਲ ਮਲਟੀਪਲਾਈ ਕਰਨਾ। ਇਹ ਮਿਣਤੀ ਨਹੀਂ ਕਰਨੀ, ਆਲਾ ਦੁਆਲਾ ਨਹੀਂ ਮਿਣਤੀ ਕਰਨੀ। ਕੀ ਮਿਣਤੀ ਕਰਨੀ, ਇੱਕ ਇਹ ਵਾਲੀ, ਇੱਕ ਇਹ ਵਾਲੀ, ਅਤੇ ਇੱਕ ਇਹ ਜੋ ਪਰਪੈਂਡੀਕੂਲਰ ਆ, ਉਹਦਾ ਦੇਖਣ ਦਾ ਤੁਹਾਨੂੰ ਤਰੀਕਾ ਦੱਸਿਆ। ਤੁਸੀਂ ਉਸ ਪੁਆਇੰਟ 'ਤੇ ਖੜ੍ਹੇ ਹੋਣਾ ਜਿੱਥੋਂ ਤੁਹਾਨੂੰ ਬਿਲਕੁਲ ਸਟਰੇਟ ਦਿਖਾਈ ਦੇਵੇ, ਤਾਂ ਇੱਕ ਐਗਜ਼ੈਕਟ ਪੁਆਇੰਟ ਮਿਲ ਜਾਂਦਾ, ਕੋਈ ਮੁਸ਼ਕਿਲ ਨਹੀਂ। ਬਿਲਕੁਲ ਸਟਰੇਟ ਖੜ੍ਹੇ ਹੋ ਜਾਣਾ, ਬਿਲਕੁਲ ਸਟਰੇਟ। ਉਹ ਕੋਰਨਰ ਦੇਖਣੀ ਆ, ਇੱਥੇ ਖੜ੍ਹੇ ਆ ਕੋਰਨਰ ਦਿਖਾਈ ਦਿੰਦੀ ਆ, ਜਾਂ ਇੱਥੇ ਖੜ੍ਹੇ ਆ ਕੋਰਨਰ ਦਿਖਾਈ ਦਿੰਦੀ ਆ, ਉਹ ਪੁਆਇੰਟ ਸਰਚ ਕਰ ਲਓ। ਉਸ ਪੁਆਇੰਟ 'ਤੇ ਖੜ੍ਹੇ ਹੋ ਕੇ ਉਸ ਕੋਰਨਰ ਤੋਂ ਸਿੱਧੀ ਦੂਰੀ ਮਿਲ ਲੈਣੀ ਆ, ਉਹੀ ਹੁੰਦਾ H, ਉਹ ਹੁੰਦਾ H, ਇਹਨੂੰ ਅਸੀਂ H ਕਵਾਂਗੇ, ਠੀਕ ਹੈ ਜੀ। ਕੋਈ ਵੀ ਇੱਦਾਂ ਦੀ ਸ਼ੇਪ ਆ, ਉਹ ਸਾਰੇ ਇਸ ਤਰੀਕੇ ਕੈਲਕੂਲੇਟ ਹੋਣੇ ਆ। ਫਿਰ ਮੈਂ ਇੱਕ ਪੈਰਲੋਗ੍ਰਾਮ ਬਾਰੇ ਵੀ ਦੱਸਿਆ ਸੀ ਇੱਦਾਂ, ਉਹ ਵੀ ਸੇਮ ਹੀ ਆ, ਕੋਈ ਫਰਕ ਨਹੀਂ ਹੈ ਉਹਦੇ 'ਚ। ਭਾਵੇਂ ਕਿ ਆਹ ਵੀ A, ਇਹ ਵੀ A ਸੇਮ ਹੀ ਹੁੰਦਾ, ਆਹ ਤੇ H ਇਸ ਤਰੀਕੇ, ਤਾਂ ਵੀ ਕੋਈ ਫਰਕ ਨਹੀਂ। ਜੇ ਤੁਸੀਂ ਗਲਤੀ ਨਾਲ ਫਾਰਮੂਲਾ ਵੀ ਉਹ ਲਾ ਲਓਗੇ ਤਾਂ ਵੀ ਕੋਈ ਫਰਕ ਨਹੀਂ ਪੈਣਾ। ਇਹ ਵੀ ਤੁਸੀਂ ਉਸੇ ਤਰੀਕੇ ਫਾਰਮੂਲਾ ਲਾ ਸਕਦੇ ਆ, ਕੋਈ ਫਰਕ ਨਹੀਂ ਪੈਣਾ, ਤਾਂ ਵੀ ਉਹੀ ਚੀਜ਼ ਬਣ ਜਾਣੀ ਆ, ਕੋਈ ਫਰਕ ਨਹੀਂ ਪੈਣਾ। ਜੇ ਸਾਈਡਾਂ ਸੇਮ ਹੋਈ ਆ ਤਾਂ ਵੀ ਉਸੇ ਤਰੀਕੇ। ਅਸੀਂ ਉਹਦਾ ਨਾਮ B ਰੱਖਿਆ ਸੀ, B ਦੇ ਨਾਲ ਕਰ ਲਓ ਤਾਂ ਵੀ ਕੋਈ ਫਰਕ ਨਹੀਂ। ਇਹ B ਕਰ ਲਓ, B ਇੱਦਾਂ, ਕਿਉਂਕਿ ਦੋਵੇਂ ਸਾਈਡਾਂ ਸੇਮ ਆ, B ਪਲੱਸ B 2B, ਉਹ ਵੀ B ਇੰਟੂ H ਆ ਜਾਣਾ, ਅਤੇ BH ਹੀ ਅਸੀਂ ਪੜ੍ਹਿਆ ਪੈਰਲੋਗ੍ਰਾਮ ਦੇ ਕੇਸ ਵਿੱਚ। ਤੁਸੀਂ ਯਾਦ ਇਹ ਰੱਖਣਾ, ਜਦੋਂ ਦੋ ਸਾਈਡਾਂ ਪੈਰਲਲ ਆ ਉਦੋਂ ਇਹ ਫਾਰਮੂਲਾ ਲਾਉਣਾ। ਕਦੋਂ ਫਾਰਮੂਲਾ ਲੱਗਣਾ, ਟੂ ਸਾਈਡਸ ਪੈਰਲਲ ਆ, ਸਮਾਂਤਰ ਆ, ਪੈਰਲਲ ਆ, ਜਿਹੜੀ ਇੰਗਲਿਸ਼ ਜਾਣਦੇ ਆ ਪੈਰਲਲ, ਜਾਂ ਪੰਜਾਬੀ ਵਿੱਚ ਸਮਾਂਤਰ ਆ। ਜਿੱਦਾਂ ਟ੍ਰੇਨ ਦੀ ਪਟੜੀ ਹੁੰਦੀ ਹੈ ਬਿਲਕੁਲ ਉੱਦਾਂ, ਉਦੋਂ ਆਹ ਵਾਲਾ ਫਾਰਮੂਲਾ ਲਾਉਣਾ। ਜਿਹੜੀਆਂ ਦੋ ਸਾਈਡਾਂ ਸਮਾਂਤਰ ਆ ਨਾ, ਉਹਨਾਂ ਦੀ ਮਿਣਤੀ ਕਰਨੀ, ਦੂਜਿਆਂ ਦੀ ਨਹੀਂ ਕਰਨੀ, ਸਾਡੇ ਕੰਮ ਦੀਆਂ ਹੀ ਨਹੀਂ, ਉਹਨਾਂ ਦੀ ਆਹ ਵਾਲੀ ਮਿਣਤੀ ਕਰਨੀ। ਉਮੀਦ ਕਰਦਾ ਸਮਝ ਆ ਗਈ ਹੋਏਗੀ। ਜੇ ਸਮਝ ਨਾ ਆਈ ਹੋਈ ਤਾਂ ਮੈਨੂੰ ਕਮੈਂਟ ਕਰ ਲਿਓ। ਮੈਨੂੰ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਵੀ ਪੁੱਛ ਸਕਦੇ ਆ, ਜਾਂ ਮੈਨੂੰ WhatsApp 'ਤੇ ਮੈਸੇਜ ਕਰ ਸਕਦੇ ਆ। ਤੁਸੀਂ ਇਸ ਨੰਬਰ 'ਤੇ ਵੀ ਐਕਚੁਅਲੀ ਮੈਂ ਸਾਰਾ ਕੁਛ ਤਾਂ ਕਰਾ ਰਿਹਾ ਕਿ ਪਟਵਾਰੀ ਦੀਆਂ ਜੋਬਸ ਆਈਆਂ ਅਤੇ ਮੈਂ ਉਹਨਾਂ ਦੀ ਤਿਆਰੀ ਵੀ ਸ਼ੁਰੂ ਕਰਾਉਣੀ ਆ। ਪਰ ਮੈਂ ਉਹ ਸ਼ੁਰੂ ਕਰਾਉਣ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਤੁਹਾਨੂੰ ਆਹ ਸਾਰਾ ਕੁਛ ਪਤਾ ਚੱਲ ਜਾਵੇ। ਜਿਹਨੇ ਪਟਵਾਰੀ ਬਣਨਾ ਉਹਨੂੰ ਹੀ ਬੇਸਿਕ ਚੀਜ਼ਾਂ ਦਾ ਪਤਾ ਹੋਣ, ਕਿਉਂਕਿ ਕੁਐਸਚਨ ਪੇਪਰ 'ਚ ਵੀ ਆ ਜਾਂਦੇ ਆ। ਇਸ ਕਰਕੇ ਮੈਂ ਸਾਰਾ ਕੁਛ ਕਰਵਾ ਰਿਹਾ ਸੀ। ਫਿਰ ਇੱਕ ਅਸੀਂ ਇਹ ਪੜ੍ਹਿਆ, ਕੋਈ ਇਸ ਟਾਈਪ ਦਾ ਮੰਨ ਲਓ ਖੇਤ ਆ ਇੱਦਾਂ, ਤਾਂ ਉਹਦੇ 'ਚ ਅਸੀਂ ਆਲਾ ਦੁਆਲਾ ਨਹੀਂ ਮਿਣਤੀ ਕਰਨੀ, ਘੇਰਾ ਨਹੀਂ ਮਿਲਣਾ। ਅਸੀਂ ਕੀ ਕਰਨਾ, ਮੰਨ ਲਓ ਤੁਸੀਂ ਇੱਧਰਲੀ ਸਾਈਡ ਮਿਣਤੀ ਕਰ ਲਈ, ਕੋਈ ਇੱਕ ਸਾਈਡ ਕੋਰਨਰ ਜਿਹੜੀਆਂ ਤੁਸੀਂ ਲੈ ਲੈਣੀਆਂ, ਮੰਨ ਲਓ ਆਹ ਮਿਣਤੀ ਕੀਤੀ। ਫਿਰ ਇਸ ਕੋਰਨਰ ਤੋਂ ਅਸੀਂ ਆਹ ਪੁਆਇੰਟ ਲੱਭਣਾ ਜਿਹਨੂੰ ਅਸੀਂ H1 ਕਹਿੰਦੇ ਆ। ਇੱਕ ਇਸ ਕੋਰਨਰ ਤੋਂ ਆਪਾਂ ਇੱਥੇ ਖੜ੍ਹੇ ਹੋ ਕੇ ਦੇਖਣਾ, ਠੀਕ ਹੈ, ਇਹ H2 ਹੋ ਗਿਆ, ਠੀਕ ਹੈ। ਇੱਥੇ ਖੜ੍ਹੇ ਹੋ ਕੇ ਆਪਾਂ ਪੁਆਇੰਟ ਲੱਭਣਾ, ਇੱਦਾਂ ਇੱਥੇ ਖੜ੍ਹੇ ਹੋ ਕੇ ਉਹ ਪੁਆਇੰਟ ਲੱਭਣਾ ਕਿ ਸਾਨੂੰ ਕੋਰਨਰ ਦਿਖਾਈ ਦੇਵੇ, ਦੋਨੇ ਬੰਨੇ ਆਹ ਕੋਣ ਸੇਮ ਬਣਨ, ਐਂਗਲ ਸੇਮ ਬਣਨ, ਉਸ ਤਰੀਕੇ ਆਪਾਂ ਪੁਆਇੰਟ ਲੱਭ ਲੈਣੇ ਆ। ਆਹ ਸਾਰਾ ਮੰਨ ਲਓ ਆਹ A ਆ, ਇਹ C ਆ, ਤਾਂ ਫਾਰਮੂਲਾ ਕੀ ਸੀ ਇਹਦਾ, ਏਰੀਆ ਕੈਲਕੂਲੇਟ ਕਰਨ ਦਾ, 1/2 H1 ਪਲੱਸ H2 ਗੁਣਾ AC, ਇਹ ਫਾਰਮੂਲਾ। ਇਹ ਸਮਾਂਤਰ ਚਤੁਰਭੁਜ ਦੇ ਉਹ ਖੇਤ ਜਿਨ੍ਹਾਂ ਦੀਆਂ ਚਾਰੋਂ ਸਾਈਡਾਂ ਬਰਾਬਰ ਨਹੀਂ ਹੁੰਦੀਆਂ, ਨਾ ਹੀ ਕੋਈ ਸਾਈਡ ਪੈਰਲਲ ਹੁੰਦੀ ਆ, ਉਹ ਉਸ ਕੇਸ ਵਿੱਚ ਅਸੀਂ ਇਹ ਵਾਲਾ ਫਾਰਮੂਲਾ ਯੂਜ਼ ਕਰਨਾ ਤਾਂ ਸਹੀ ਆਨਸਰ ਆਉਣਾ। ਜੇ ਤੁਸੀਂ ਉਸ ਤਰੀਕੇ ਚੱਲ ਪਏ ਜਿੱਦਾਂ ਕਿ ਤੁਹਾਨੂੰ ਆਮ ਹੀ ਤੁਸੀਂ ਦੇਖਿਆ ਗਿਆ ਕਿ ਮੰਨ ਲਓ ਕੁਛ ਇੱਦਾਂ ਦਾ ਖੇਤ ਆ ਤੁਹਾਡਾ, ਇੱਦਾਂ
ਆਹ ਹੈਗੀਆਂ ਤੁਹਾਡੀਆਂ 10 ਕਰਮਾਂ, ਆਹ ਹੋ ਗਈਆਂ ਤੁਹਾਡੀਆਂ 20 ਕਰਮਾਂ ਮੰਨ ਲਓ, ਆਹ ਤੁਹਾਡੀਆਂ ਹੋ ਗਈਆਂ 15 ਅਤੇ ਆਹ ਹੋ ਗਈਆਂ ਮੰਨ ਲਓ 5। ਅਤੇ ਕੀ ਕੀਤਾ ਜਾਂਦਾ ਮੋਸਟਲੀ ਇਹ ਦੇਖਿਆ 15 ਅਤੇ 5 20 ਇੱਦਾਂ ਕਰਦੇ ਆ, 15 ਜਮਾ 5, ਠੀਕ ਆ, ਉਹਨੂੰ 2 ਨਾਲ ਡਿਵਾਈਡ ਕਰਦੇ ਹੁੰਦੇ ਆ, 15 5 20, 20 ਨੂੰ 2 ਨਾਲ ਡਿਵਾਈਡ ਕਰੋਗੇ ਅਤੇ 10 ਆ ਜਾਂਦਾ, ਇਹ 10 ਆ ਗਿਆ। ਇਹਦੇ ਫਿਰ ਕੀ ਕਰਦੇ ਆ 20 ਅਤੇ ਇਹਨੂੰ ਜੋੜਦੇ ਆ ਇਸ ਤਰੀਕੇ, ਫਿਰ ਉਹਨੂੰ 2 ਨਾਲ ਡਿਵਾਈਡ ਕਰਦੇ ਆ, ਉਹ ਆਨਸਰ ਆ ਜਾਂਦਾ 15। ਫਿਰ ਇਹਨਾਂ ਨੂੰ ਮਲਟੀਪਲਾਈ ਕਰਦੇ ਆ 10 ਗੁਣਾ 15, ਉਹ ਆ ਜਾਂਦਾ 150। 150 ਕਾਹਦੇ 'ਚ ਆਇਆ ਸਕੇਅਰ ਕਰਮਾਂ 'ਚ ਆਇਆ। ਜੇ ਕਰਮਾਂ 'ਚ ਆਇਆ ਫਿਰ ਤੁਸੀਂ ਉਹਨੂੰ 9 ਦੇ ਨਾਲ ਡਿਵਾਈਡ ਕਰੋਗੇ ਤਾਂ ਤੁਹਾਡੇ ਮਰਲੇ ਬਣਨਗੇ। ਬਟ ਇਹ ਇਸ ਤਰੀਕੇ 'ਚ ਐਰਰ ਆ ਜਾਂਦੀ ਆ, ਇਹ ਐਗਜ਼ੈਕਟ ਨਹੀਂ ਹੁੰਦਾ, ਇਹਦੇ 'ਚ ਫਰਕ ਪੈਣਾ ਹੀ ਪੈਣਾ। ਇਸ ਕਰਕੇ ਜੋ ਸਹੀ ਮੈਥਡ ਆ ਉਹ ਇਹ ਮੈਥਡ ਹੁੰਦਾ, ਇਸ ਕਰਕੇ ਇਹ ਮੈਥਡ ਹੀ ਅਪਲਾਈ ਕਰਨਾ। ਇਹ ਮੈਥਡ ਕਿਤੇ ਵੀ ਐਗਜ਼ਿਸਟ ਨਹੀਂ ਕਰਦਾ, ਕਿਤੇ ਤੁਹਾਨੂੰ ਬੁੱਕਸ ਵਿੱਚ ਲਿਖਿਆ ਮੈਥਡ ਨਹੀਂ ਮਿਲਣਾ, ਇਸ ਕਰਕੇ ਇਹ ਮੈਥਡ ਗਲਤ ਆ, ਐਗਜ਼ੈਕਟ ਆਨਸਰ ਨਹੀਂ ਦੇਣਾ ਇਸ ਮੈਥਡ ਨੇ। ਇਹ ਸੀ ਮੇਰਾ ਇਹ ਅੱਜ ਦਾ ਲੈਕਚਰ। ਹਾਂ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹੁੰਦਾ, ਜੇ ਆਪਾਂ ਗੱਜ ਦੀ ਗੱਲ ਕਰੀਏ, ਜਿਹਨੂੰ ਜਾਰਡ ਵੀ ਕਹਿੰਦੇ ਇੰਗਲਿਸ਼ ਵਿੱਚ, ਇੱਕ ਗੱਜ ਜਿਹੜਾ ਉਹ 9 ਸਕੁਏਅਰ ਫੁੱਟ ਦੇ ਬਰਾਬਰ ਹੁੰਦਾ, 9 ਸਕੁਏਅਰ ਫੁੱਟ। ਇੱਕ ਮਰਲਾ ਬਰਾਬਰ 30.25 ਗਜ। 30.25 ਗਜ ਮਿਲ ਕੇ ਇੱਕ ਮਰਲਾ ਬਣਦਾ। ਅਤੇ ਜੇ ਤੁਸੀਂ ਇਹਨੂੰ ਸਕੁਏਅਰ ਫੁੱਟ ਬਣਾਓਗੇ 30.25 ਗਜ, ਅਤੇ ਇੱਕ ਗਜ ਕਿੰਨੇ ਦਾ 9 ਦਾ, ਇਹਨੂੰ 9 ਨਾਲ ਗੁਣਾ ਕਰਕੇ ਦੇਖੋ, ਠੀਕ ਹੈ, ਇਹਨੂੰ 9 ਨਾਲ ਗੁਣਾ ਕਰਕੇ ਦੇਖੋ, ਬਣ ਜਾਣੇ ਆ ਸਕੁਏਅਰ ਫੁੱਟ। ਮਲਟੀਪਲਾਈ ਕਰੋਗੇ ਤਾਂ ਤੁਹਾਡੇ ਕੋਲ 272.25 ਸਕੁਏਅਰ ਫੁੱਟ। ਇਹ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਕਿੱਥੋਂ ਆਉਂਦਾ 272। ਇੱਕ ਗਜ 9 ਸਕੁਏਅਰ ਫੁੱਟ ਦਾ, ਇੱਕ ਮਰਲਾ 30.25 ਗਜ ਦਾ। ਇਹ 30.25 ਕਿੱਥੋਂ ਆਉਂਦੇ ਆ ਉਹ ਵੀ ਸਮਝ ਲਓ। ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਮਰਲਾ 9 ਸਕੁਏਅਰ ਕਰਮਾਂ ਦੇ ਬਰਾਬਰ ਆ, 9 ਸਕੁਏਅਰ ਕਰਮਾਂ ਦੇ ਬਰਾਬਰ ਆ, ਅਤੇ ਇੱਕ ਕਰਮ ਦੀ ਜਿਹੜੀ ਲੰਬਾਈ ਆ ਉਹ 5.5 ਫੁੱਟ ਹੁੰਦੀ ਆ। ਇੱਕ ਕਰਮ ਦੀ ਲੰਬਾਈ ਕਿੰਨੀ ਹੁੰਦੀ ਆ 5.5 ਫੁੱਟ, ਕਿਉਂਕਿ ਸਕੁਏਅਰ ਕਰਮਾਂ, ਸਕੁਏਅਰ ਦੇਖੋ ਕਿਸੇ ਵੀ ਰਕਮ ਦਾ ਸਕੁਏਅਰ ਦਾ ਮੀਨਿੰਗ ਇਹ ਹੁੰਦਾ ਕਿ ਉਹਨੂੰ ਅਸੀਂ 2 ਵਾਰ ਮਲਟੀਪਲਾਈ ਕਰਨਾ, ਸਕੁਏਅਰ ਕਰਮ, ਲੰਬਾਈ ਗੁਣਾ ਚੌੜਾਈ। ਸਕੁਏਅਰ ਕਰਮਾਂ ਇਸ ਕਰਕੇ ਅਸੀਂ ਕੀ ਕਰਾਂਗੇ 5.5। ਅਤੇ ਜੇ ਤੁਸੀਂ ਦੇਖੋਗੇ ਇਹਨੂੰ ਮਲਟੀਪਲਾਈ ਕਰਕੇ ਦੇਖੋ, 55 ਨੂੰ 55 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਆਉਣਾ 5 5 ਹੋ ਗਏ 25 ਅਤੇ 6 5 ਹੋ ਗਏ 30.25 ਆ ਜਾਊਗਾ। ਮਲਟੀਪਲਾਈ ਕਰੋਗੇ ਤਾਂ ਉਹਨੂੰ ਫਰਦਰ 9 ਨਾਲ ਗੁਣਾ ਕਰੋਗੇ ਤਾਂ ਤੁਹਾਡੇ ਕੋਲ ਆ ਜਾਣਾ 972.25। ਇਹ ਸਾਰਾ ਕੁਛ ਕਾਹਦੇ 'ਚ ਆ ਗਿਆ ਹੁਣ, ਇਹ ਸਾਡੇ ਕੋਲ ਇਹ ਕਾਹਦੇ 'ਚ ਆ ਗਿਆ, ਇਹ ਫੁੱਟਾਂ 'ਚ ਆ ਗਿਆ। ਅਸੀਂ ਫੁੱਟ ਬਣਾ ਦਿੱਤੇ ਇੱਥੇ, ਠੀਕ ਹੈ, ਇੱਥੇ ਕੀ ਬਣਾਤੇ ਅਸੀਂ ਹੁਣ ਫੁੱਟ ਬਣਾ ਦਿੱਤੇ ਆ, ਇਹ ਫੁੱਟਾਂ 'ਚ ਆ ਗਿਆ ਸਾਡੇ ਕੋਲ। ਇਹਨੇ ਸਾਡੇ ਕੋਲ ਸਕੁਏਅਰ ਫੁੱਟ ਹੋ ਗਏ, ਠੀਕ ਹੈ ਜੀ, ਇਹ ਸਾਡੇ ਕੋਲ ਹੋ ਗਏ, ਇਹ ਫੁੱਟਾਂ 'ਚ ਆ ਗਏ। ਇੱਕ ਮਰਲਾ 272.25 ਸਕੁਏਅਰ ਫੁੱਟ ਦੇ ਬਰਾਬਰ ਹੋ ਗਿਆ, 272.25 ਇਸ ਤਰੀਕੇ ਆਉਂਦਾ। ਮੈਂ ਫਿਰ ਰਿਪੀਟ ਕਰਦਾ, ਇੱਕ ਮਰਲਾ 9 ਸਕੁਏਅਰ ਕਰਮਾਂ ਦੇ ਬਰਾਬਰ ਹੁੰਦਾ, ਅਤੇ ਇੱਕ ਕਰਮ ਵਿੱਚ 5.5 ਕੀ ਹੁੰਦੇ ਆ, 5.5 ਫੁੱਟ ਹੁੰਦੇ ਆ। ਫੁੱਟ ਇੰਟੂ ਫੁੱਟ ਸਕੁਏਅਰ ਫੁੱਟ, ਫੁੱਟ ਇੰਟੂ ਫੁੱਟ ਸਕੁਏਅਰ ਫੁੱਟ, ਇਹ ਕੀ ਬਣ ਗਏ ਉਹਦੇ ਸਕੁਏਅਰ ਫੁੱਟ ਬਣਦੇ ਆ। ਜਿਹਨੂੰ ਚੀਜ਼ ਇਹ ਸਮਝ ਆ ਰਹੀ ਆ ਉਹ ਇਹ ਚੀਜ਼ ਸਮਝ ਸਕਦੇ ਆ ਕਿ ਇਹ ਕਿਸ ਤਰੀਕੇ ਆਇਆ। ਆਹ ਦੇਖੋ, ਇਹਨੂੰ ਮਲਟੀਪਲਾਈ ਕਰਨ 'ਤੇ ਗੱਜ ਬਣਦਾ 30.25, ਉਹਨੂੰ ਗਾਂ 9 ਨਾਲ ਮਲਟੀਪਲਾਈ ਕਰ ਦਾਂਗੇ ਅਤੇ ਇਹ ਸਕੁਏਅਰ ਫੁੱਟ ਬਣ ਜਾਂਦੇ ਆ। ਇਹ ਸਾਰਾ ਕੁਛ ਇਸ ਤਰੀਕੇ ਮਿਲਦਾ ਸਾਨੂੰ, ਅਤੇ ਇਹ ਤੁਹਾਡੇ ਲਈ ਬਹੁਤ ਹੈਲਪਫੁਲ ਆ। ਇਸ ਤੋਂ ਬਾਅਦ ਅਗਲੇ ਮੈਂ ਆਪਣੇ ਲੈਕਚਰ ਦੇ ਵਿੱਚ ਥੋੜ੍ਹਾ ਤੁਹਾਨੂੰ ਇਹ ਸਮਝਾਉਣਾ ਕਿ ਮੋਬਾਈਲ ਦੀ ਹੈਲਪ ਦੇ ਨਾਲ ਤੁਸੀਂ ਘਰ ਬੈਠ ਕੇ ਆਪਣੀ ਖੇਤ ਦੀ ਲੰਬਾਈ ਚੌੜਾਈ, ਉਹਦਾ ਏਰੀਆ, ਕਿੰਨੇ ਮਰਲੇ ਆ, ਕਿੰਨੇ ਏਕੜ ਆ, ਕਿੰਨੇ ਹੈਕਟੇਅਰ ਆ, ਘਰ ਬੈਠੇ ਬੈਠੇ ਕਰ ਸਕਦੇ ਮੋਬਾਈਲ ਦੀ ਹੈਲਪ ਦੇ ਨਾਲ। ਉਹ ਇੱਕ ਐਪ ਦੀ ਹੈਲਪ ਦੇ ਨਾਲ ਬਿਨਾਂ ਮਿਹਨਤੀ ਤੋਂ
ਬਿਨਾਂ ਕਿਸੇ ਮੀਟਰ ਦੀ ਹੈਲਪ ਤੋਂ, ਬਿਨਾਂ ਕਿਸੇ ਕਰਮ ਦੀ ਹੈਲਪ ਤੋਂ ਘਰ ਬੈਠੇ ਬੈਠੇ ਚੇਅਰ 'ਤੇ ਬੈਠ ਕੇ ਆਰਾਮ ਨਾਲ ਤੁਸੀਂ ਮਿਲ ਸਕਦੇ ਆ। ਬੈਠੇ ਤੁਸੀਂ ਭਾਵੇਂ ਸੁਲਤਾਨਪੁਰ ਲੋਧੀ ਆ ਅਤੇ ਮਿੰਤੀ ਭਾਵੇਂ ਤੁਸੀਂ ਅਮਰੀਕਾ ਦੇ ਖੇਤ ਦੀ ਕਰ ਲਓ, ਇਹ ਵੀ ਪੋਸੀਬਲ ਆ ਅੱਜ ਦੇ ਇਸ ਜ਼ਮਾਨੇ ਦੇ ਵਿੱਚ। ਉਹ ਤੁਹਾਨੂੰ ਤਰੀਕਾ ਵੀ ਸਿਖਾਵਾਂਗੇ। ਚਲੋ ਜੇ ਉਹ ਨਹੀਂ ਸਿੱਖਣਾ ਤਾਂ ਇੱਕ ਹੋਰ ਮੈਥਡ ਇਹ ਹੈਗਾ, ਕੋਈ ਵੀ ਖੇਤ ਆ, ਕਿਸੇ ਵੀ ਸ਼ੇਪ ਦਾ ਖੇਤ ਆ, ਅਤੇ ਤੁਹਾਨੂੰ ਉਹ ਐਪ ਵੀ ਦੱਸਾਂਗੇ ਜਿਹਦੇ ਵਿੱਚ ਜੋ ਜੋ ਉਹ ਮੰਗਣਗੇ ਉਹ ਵੈਲਿਊ ਪੁੱਟ ਕਰ ਦੇਣੀਆਂ ਅਸੀਂ, ਤੁਸੀਂ ਮਿੰਤੀ ਆਪ ਕਰ ਲੈਣੀ ਆ। ਜੋ ਜੋ ਉਹਦੀ ਡਿਮਾਂਡ ਉਹ ਕਹਿਣਗੇ, ਮੰਨ ਲਓ ਸਾਈਡਾਂ ਪੁੱਛੀਆਂ, ਸਾਈਡਾਂ ਪੁੱਟ ਕਰ ਦਿਓ, ਅਤੇ ਉਹ ਜਸਟ ਉੱਥੇ ਤੁਸੀਂ ਉਹ ਵੈਲਿਊ ਪੁੱਟ ਕਰਨੀ ਆ, A ਕਿੰਨਾ, B ਕਿੰਨਾ, C ਕਿੰਨਾ, D ਕਰਨਾ, ਅਤੇ ਉਹਨਾਂ ਨੇ ਤੁਹਾਨੂੰ ਸਾਰਾ ਕੁਛ ਕੈਲਕੂਲੇਟ ਕਰਕੇ ਦੱਸ ਦੇਣਾ। ਮੰਨ ਲਓ ਇੱਦਾਂ ਦੱਸ ਦੇਣਗੇ 7 ਏਕੜ ਬਣ ਗਏ, 6 ਕਨਾਲਾਂ ਬਣ ਗਈਆਂ, 2 ਮਰਲੇ ਬਣ ਗਏ, ਇੰਨੀਆਂ ਸਰਸਾਈਆਂ ਬਣ ਗਈਆਂ। ਇਹ ਸਾਰਾ ਕੁਛ ਉਹ ਕੈਲਕੂਲੇਟ, ਤੁਹਾਨੂੰ ਕੁਛ ਵੀ ਇੰਨਾ ਦਿਮਾਗ ਲਾਉਣ ਦੀ ਲੋੜ ਨਹੀਂ। ਸੋ ਇੱਕ ਤਰੀਕਾ ਤਾਂ ਇਹ ਹੋ ਗਿਆ, ਘਰ ਬੈਠੇ ਬੈਠੇ ਕਰ ਸਕਦੇ ਹੋ, ਉਹ ਮੈਥਡ ਸਮਝਾਵਾਂਗੇ। ਦੂਸਰਾ ਤਰੀਕਾ ਇਹ ਹੋ ਗਿਆ, ਜੇ ਇੰਨਾ ਵਧੀਆ ਕੰਮ ਨਹੀਂ ਕਰਨਾ ਚਾਹੁੰਦੇ ਫਿਰ ਤੁਸੀਂ ਉਹ ਕਰ ਸਕਦੇ ਆ ਕਿ ਜਸਟ ਵੈਲਿਊ ਪੁੱਟ ਕਰਨੀ ਆ, ਮਿੰਤੀ ਕਰਨ ਤੋਂ ਬਾਅਦ ਵੈਲਿਊ ਪੁੱਟ ਕਰੋ, ਆਪਣੇ ਆਪ ਹੀ ਆਨਸਰ ਮਿਲ ਜਾਵੇ। ਤੀਸਰਾ ਤਰੀਕਾ ਜੋ ਮੈਂ ਸਮਝਾ ਰਿਹਾ, ਸਾਰਾ ਕੁਛ ਆਪ ਕਰ ਲਈਏ, ਮਿੰਤੀ ਵੀ ਆਪ ਕਰੀਏ, ਫਾਰਮੂਲੇ 'ਚ ਪੁੱਟ ਵੀ ਆਪ ਕਰੀਏ, ਪਲੱਸ ਵੀ ਆਪ ਕਰੀਏ, ਮਲਟੀਪਲਾਈ ਵੀ ਆਪ ਕਰੀਏ, ਏਰੀਆ ਵੀ ਆਪ ਕੈਲਕੂਲੇਟ ਕਰੀਏ, ਅਤੇ ਮਰਲੇ ਵੀ ਆਪ ਬਣਾਈਏ, ਤਾਂ ਉਸ 72.25 ਨਾਲ ਡਿਵਾਈਡ ਕਰਕੇ ਕਨਾਲਾਂ ਵੀ ਆਪ ਬਣਾਈਏ, ਅਤੇ ਏਕੜ ਵੀ ਆਪ ਬਣਾਈਏ, ਹੈਕਟੇਅਰ ਵੀ ਆਪ ਬਣਾਈਏ। ਉਹ ਇੱਕ ਮੈਥਡ ਉਹ ਤੁਹਾਨੂੰ ਮੈਂ ਸਿਖਾ ਚੁੱਕਿਆ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆਈ ਹੋਏਗੀ। ਹੁਣ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਮੇਰੀਆਂ ਬਹੁਤ ਵੀਡੀਓ ਆਉਣ ਵਾਲੀਆਂ ਅੱਗੇ, ਅਤੇ ਪਟਵਾਰੀ ਦੀ ਮੈਂ ਤਿਆਰੀ ਵੀ ਕਰਾਉਣੀ ਸ਼ੁਰੂ ਕਰਨੀ ਆ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਵੀ ਕਰੋ ਸਾਰਿਆਂ ਨੂੰ। ਥੈਂਕ ਯੂ।